ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੈਸ ਟਿਊਟਰ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਵੀਡੀਓ ਵਿੱਚ ਅਸੀਂ ਡਿਸਕਸ ਕਰਾਂਗੇ ਕਲਾਸ 10th ਦਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਅਫੀਸ਼ੀਅਲ ਵੈਬਸਾਈਟ ਤੇ ਅਪਲੋਡ ਕੀਤਾ ਗਿਆ ਪੇਪਰ ਮੈਥ ਦਾ। ਆਓ ਤੁਹਾਨੂੰ ਲੈ ਚੱਲਦੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਅਫੀਸ਼ੀਅਲ ਸਾਈਟ ਤੇ। ਇਸ ਦੇ ਵਿੱਚ ਦੇਖੋ 10th ਕਲਾਸ ਦਾ ਮੈਥ ਦਾ ਪੇਪਰ, ਮੈਥਮੈਟਿਕ ਮਾਡਲ ਟੈਸਟ ਪੇਪਰ ਜੋ ਲੇਟੈਸਟ ਉਹਨਾਂ ਨੇ ਅਪਲੋਡ ਕੀਤਾ ਹੈ। ਠੀਕ ਹੈ ਜੀ, ਇਹ ਸਾਰਾ ਕੁਐਸਚਨ ਪੇਪਰ ਪੰਜਾਬੀ ਦੇ ਵਿੱਚ ਹੈ, ਪਰ ਅਸੀਂ ਇਸ ਨੂੰ ਇੰਗਲਿਸ਼ ਦੇ ਵਿੱਚ ਕਨਵਰਟ ਕੀਤਾ ਹੋਇਆ। ਇੰਗਲਿਸ਼ ਦੇ ਵਿੱਚ ਅਸੀਂ ਤੁਹਾਨੂੰ ਸੋਲਵ ਕਰਕੇ ਦਿਖਾਵਾਂਗੇ ਇਸ ਨੂੰ। ਤੇ ਸਟੂਡੈਂਟ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ, ਜਿਨ੍ਹਾਂ ਸਟੂਡੈਂਟ ਨੂੰ ਇਹ ਸੈਂਪਲ ਪੇਪਰ ਪੰਜਾਬੀ ਦੇ ਵਿੱਚ ਸੋਲਵ ਚਾਹੀਦਾ ਹੈ ਤਾਂ ਅਸੀਂ ਪੰਜਾਬੀ ਦੇ ਵਿੱਚ ਇਸ ਦੀ ਵੀਡੀਓ ਅਪਲੋਡ ਕਰ ਦਾਂਗੇ। ਦੇਖੋ ਸਟੂਡੈਂਟ, ਜਿਨ੍ਹਾਂ ਵੀ ਸਟੂਡੈਂਟ ਨੇ ਇਸ ਦੀ ਚੰਗੀ ਤਰ੍ਹਾਂ ਤਿਆਰੀ ਕਰ ਲਈ ਤਾਂ ਉਹ ਸਟੂਡੈਂਟ ਇਹ ਸਮਝ ਲੈਣ ਕਿ ਉਹਨਾਂ ਨੇ 90% ਮੈਥ ਨੂੰ ਕਵਰ ਕਰ ਲਿਆ। ਇਹ ਗੱਲ ਪੱਕੀ ਹੈ ਕਿ ਇਸ ਦੇ ਨਾਲ ਹੀ ਮਿਲਦੇ ਜੁਲਦੇ ਕੁਐਸਚਨ ਤੁਹਾਡੇ ਉਸ ਫਾਈਨਲ ਪੇਪਰ ਦੇ ਵਿੱਚ ਹੋਣਗੇ। ਇਸ ਕਰਕੇ ਮੈਂ ਤੁਹਾਨੂੰ ਇਹ ਗੱਲ ਬਾਰ-ਬਾਰ ਕਹਾਂਗਾ ਕਿ ਇਸ ਸੈਂਪਲ ਪੇਪਰ ਨੂੰ ਤੁਸੀਂ ਚੰਗੀ ਤਰ੍ਹਾਂ ਰੱਟ ਲਓ। ਔਰ ਮੈਂ ਇਸ ਵੀਡੀਓ ਦੇ ਵਿੱਚ ਸਿਰਫ ਇਸ ਸੈਂਪਲ ਪੇਪਰ ਨੂੰ ਸੋਲਵ ਹੀ ਨਹੀਂ ਕੀਤਾ। ਜਦ ਤੁਸੀਂ ਮੇਰੀ ਵੀਡੀਓ ਇਸ ਨੂੰ ਧਿਆਨ ਨਾਲ ਚੰਗੀ ਤਰ੍ਹਾਂ ਸਾਰੀ ਦੇਖੋਗੇ ਤਾਂ ਤੁਹਾਨੂੰ ਇਹ ਪਤਾ ਲੱਗ ਜਾਏਗਾ ਤਾਂ ਇੱਕ ਕੁਐਸਚਨ ਦੇ ਨਾਲ ਨਾਲ ਉਸ ਤਰੀਕੇ ਦੇ ਮੈਂ ਇੱਕ ਦੋ ਕੁਐਸਚਨਾਂ ਨੂੰ ਹੋਰ ਸੋਲਵ ਕਰਕੇ ਤੁਹਾਨੂੰ ਦਿਖਾਇਆ ਹੋਇਆ, ਤਾਂ ਜੋ ਤੁਸੀਂ ਇੱਕੋ ਵੀਡੀਓ ਦੇ ਵਿੱਚ 90% ਆਪਣੇ ਪੇਪਰ ਦੀ ਤਿਆਰੀ ਕੰਪਲੀਟ ਕਰ ਲਓ, ਤੁਹਾਨੂੰ ਕੋਈ ਹੋਰ ਵੀਡੀਓ ਦੇਖਣ ਦੀ ਲੋੜ ਹੀ ਨਾ ਪਵੇ। ਸੋ ਚਲੋ ਜੀ, ਫਿਰ ਸਟਾਰਟ ਕਰਦੇ ਹਾਂ ਸੈਂਪਲ ਪੇਪਰ ਮੈਥ ਦਾ। ਫਸਟ ਕੁਐਸਚਨ ਹੈ ਸਾਡੇ ਸਾਹਮਣੇ, ਵਟ ਵਿਲ ਬੀ ਦਾ ਅਨਨੋਨ ਨੰਬਰ ਇਨ ਦਾ ਗਿਵਨ ਫੈਕਟਰ ਟਰੀ। ਦੇਖੋ ਇੱਕ ਟਰੀ ਬਣਾਇਆ ਹੋਇਆ, ਠੀਕ ਹੈ ਜੀ। ਇਸ ਦੇ ਵਿੱਚ ਤੁਹਾਨੂੰ ਫਿਲਿੰਗਸ ਦੀ ਬਲੈਂਕ ਦਿੱਤੀ ਹੋਈ ਹੈ, ਇੱਕ ਨੰਬਰ ਜਿਹੜਾ ਬਲੈਂਕ ਛੱਡਿਆ ਹੋਇਆ। ਦੇਖੋ ਇਹ ਕੁਐਸਚਨ ਮਾਰਕ ਪਾਇਆ ਹੋਇਆ ਤੁਹਾਡੇ ਸਾਹਮਣੇ ਇਸ ਦੇ ਵਿੱਚ, ਠੀਕ ਹੈ। ਤੁਸੀਂ ਇਸ ਤੇ ਨੰਬਰ ਦੱਸਣਾ ਕਿਹੜਾ। ਸਿੰਪਲ ਕੁਐਸਚਨ ਹੈ। ਦੇਖੋ 18 ਦਾ ਤੁਸੀਂ ਫੈਕਟਰਾਈਜ਼ ਕਰ ਦੇਣਾ 2 9 ਦਾ, ਫਿਰ 9 ਕਿਸ ਤੇ ਟੇਬਲ ਤੇ ਆਏਗਾ 3 ਤੇ, 3 3 ਦਾ, 3 ਦੇ ਟੇਬਲ 3 ਕਿੱਥੇ ਆਇਆ 1 ਤੇ, ਠੀਕ ਹੈ ਜੀ। ਦੇਖੋ ਇਸ ਦੇ ਫੈਕਟਰ ਹੋ ਗਏ 2 ਮਲਟੀਪਲਾਈ 3। ਦੇਖੋ ਇੱਕ ਸਾਈਡ ਸਾਨੂੰ 3 ਹੈਗਾ, ਇੱਥੇ 2 ਦੀ ਫਿਲਿੰਗ ਦੀ ਬਲੈਂਕ ਹੈ, ਇੱਥੇ ਆਂਸਰ ਆ ਜਾਏਗਾ ਸਾਡੇ ਕੋਲ 2, ਠੀਕ ਹੈ। ਤਾਂ ਆਂਸਰ ਸਾਡੇ ਕੋਲ ਹੋ ਜਾਏਗਾ ਫਸਟ ਆਪਸ਼ਨ 2। ਇਸ ਤਰੀਕੇ ਦੇਖੋ ਕੋਈ ਵੀ ਕੁਐਸਚਨ ਆ ਜਾਂਦਾ ਤੁਸੀਂ ਸਿੰਪਲ ਉਸਦੇ ਫੈਕਟਰਾਈਜੇਸ਼ਨ ਇਸ ਤਰ੍ਹਾਂ ਬਣਾ ਦੇਣੇ ਆ, ਤੇ ਇਸ ਦੇ ਵਿੱਚ ਜਿਸ ਦੀ ਵੈਲਿਊ ਜਿਹੜੀ ਹੈ ਉਹ ਨਹੀਂ ਪੁੱਟ ਕੀਤੀ ਤੁਸੀਂ ਉੱਥੇ ਪੁੱਟ ਕਰਕੇ ਆਂਸਰ ਟਿਕ ਕਰ ਦੇਣਾ। ਸੈਕੰਡ ਕੁਐਸਚਨ ਹੈ ਸਾਡੇ ਸਾਹਮਣੇ, if px is equal to ax square plus bx plus c is the quadratic polynomial, then what is the relation of c upon a with the zeros of p upon px। ਠੀਕ ਹੈ ਜੀ। ਹੁਣ ਇਹ ਕੀ ਹੈ, ਦੇਖੋ ਇੱਕ ਕੁਆਡਰਿਕ ਇਕੁਏਸ਼ਨ ਹੈ। ਕੁਆਡਰਿਕ ਇਕੁਏਸ਼ਨ ਉਹ ਦੱਸ ਰਿਹਾ ਕਿ ਉਹ ਇਸ ਤਰੀਕੇ ਦੀ ਕੁਆਡਰਿਕ ਇਕੁਏਸ਼ਨ ਜਿਹੜੀ ਆ ਉਹ ਹਮੇਸ਼ਾ ਇਸੇ ਫਾਰਮ 'ਚ ਹੁੰਦੀ ਆ, ax square plus bx plus c। a ਦੀ ਜਗ੍ਹਾ ਕੁਝ ਵੀ ਲਿਖਿਆ ਹੋ ਸਕਦਾ, ਜਿਵੇਂ ਦੇਖੋ 4x square plus 2x। c ਦੀ ਜਗ੍ਹਾ ਤੇ ਕੋਈ ਕਨਸਟੈਂਟ ਮੀਨਸ ਨੂਮੈਰੀਕਲ ਵਰਡ ਹੀ ਲਿਖਿਆ ਹੋਊਗਾ, 1 ਤੋਂ ਲੈ ਕੇ 10 ਤੱਕ ਕੁਝ ਵੀ ਲਿਖ ਸਕਦੇ ਨੇ, ਠੀਕ ਹੈ ਜੀ। ਸੋ ਇੱਥੇ ਕੀ ਕਹਿ ਰਿਹਾ, ਸਾਡੇ ਕੋਲ ਇੱਕ ਕੁਐਸਚਨ ਨੂੰ ਸੋਲਵ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ। ਤੁਹਾਨੂੰ ਯਾਦ ਹੋਵੇ ਇਹ ਚੈਪਟਰ ਜਿਹੜਾ ਹੈਗਾ ਆਪਣਾ 2.2 ਦਾ 2.2 ਦੇ ਵਿੱਚ ਕੁਐਸਚਨ ਆਉਂਦੇ ਨੇ ਕਿ ਜ਼ੀਰੋਸ ਕੱਢੋ, ਫਾਈਂਡ ਜ਼ੀਰੋਸ, ਜਿਹਨੂੰ ਪੰਜਾਬੀ ਦੇ ਵਿੱਚ ਅਸੀਂ ਸਿਫਰਾਂ ਵੀ ਕਹਿ ਦਿੰਦੇ ਆ, ਠੀਕ ਹੈ ਜੀ। ਫਾਈਂਡ ਜ਼ੀਰੋਸ ਐਂਡ ਵੈਰੀਫਾਈ। ਉਸਦੇ ਵਿੱਚ ਅਸੀਂ ਕੀ ਕਰਦੇ ਹਾਂ, ਦੇਖੋ ਦੋ ਤਰੀਕੇ ਨਾਲ ਵੈਰੀਫਾਈ ਕਰਦੇ ਹਾਂ। ਇੱਕ ਹੁੰਦਾ ਸਾਡੇ ਕੋਲ ਸਮ ਆਫ ਜ਼ੀਰੋਸ ਅਲਫਾ ਪਲਸ ਬੀਟਾ ਇਜ਼ ਇਕੁਅਲ ਟੂ ਮਾਈਨਸ ਬੀ ਅਪੋਨ ਏ। ਇੱਕ ਹੁੰਦਾ ਸਾਡੇ ਕੋਲ ਪ੍ਰੋਡਕਟ ਆਫ ਜ਼ੀਰੋਸ ਅਲਫਾ ਬੀਟਾ ਇਜ਼ ਇਕੁਅਲ ਟੂ ਸੀ ਅਪੋਨ ਏ, ਠੀਕ ਹੈ। ਹੁਣ ਇਹੀ ਉਹ ਪੁੱਛ ਰਿਹਾ ਕਿ ਜਿਹੜਾ ਸੀ ਅਪੋਨ ਏ ਹੈ ਉਹ ਕਿਸ ਨੂੰ ਰਿਪਰੈਜ਼ੈਂਟ ਕਰਦਾ ਹੈ, ਤਾਂ ਉਹ ਰਿਪਰੈਜ਼ੈਂਟ ਕਰਦਾ ਹੈ ਪ੍ਰੋਡਕਟ ਆਫ ਜ਼ੀਰੋ। ਪ੍ਰੋਡਕਟ ਦਾ ਮਤਲਬ ਕੀ ਹੁੰਦਾ ਹੈ, ਮਲਟੀਪਲਾਈ। ਇਹ ਤੁਸੀਂ ਯਾਦ ਰੱਖਣਾ, ਠੀਕ ਹੈ ਜੀ। ਸੋ ਇੱਥੇ ਕੀ ਹੈ, ਦੇਖੋ ਸੀ ਅਪੋਨ ਏ ਇਜ਼ ਦਾ ਪ੍ਰੋਡਕਟ ਆਫ ਦਾ ਡਿਜਿਟ। ਸੋ ਆਂਸਰ ਕੀ ਹੋਏਗਾ ਸਾਡੇ ਕੋਲ ਡੀ। ਡੀ ਆਪਸ਼ਨ ਜਿਹੜਾ ਇਸਦਾ ਆਂਸਰ ਹੋ ਜਾਏਗਾ। नेक्स्ट क्वेश्चन है साढ़े सामने, द ग्राफ ऑफ y इज इक्वल टू px इज गिवन बिलो द नंबर ऑफ zeros of px is। देखो बहुत ही सिंपल क्वेश्चन है। ਤੁਸੀਂ कहना देखो जिवें ग्राफ ਦਿੱਤਾ ਹੋਇਆ ਤੁਹਾਡੇ ਸਾਹਮਣੇ, ਇਹ x ਦੀ ਵੈਲਿਊਜ਼ ਹੈ, ਇਹ y ਦੀ ਲਾਈਨ, ਇਹ x ਦੀ ਲਾਈਨ ਹੈ, ਇਹ y ਦੀ ਲਾਈਨ ਹੈ, ਠੀਕ ਹੈ। ਹੁਣ ਇੱਥੇ ਦੇਖੋ ਜਿਹੜੀ ਇਹ ਲਾਈਨ ਬਣਾਈ ਹੋਈ ਹੈ, ਇਹ ਤੁਸੀਂ ਇਹ ਦੇਖਣਾ ਦੇਖੋ ਕਿੰਨੇ ਪੁਆਇੰਟ ਨੂੰ ਜਾ ਕੇ ਟੱਚ ਕਰ ਰਹੀ ਹੈ। ਇੱਕ ਪੁਆਇੰਟ ਤਾਂ ਹੀ ਹੋ ਗਿਆ ਜਿੱਥੇ ਇਹਨੇ ਟੱਚ ਕੀਤਾ, ਫਿਰ ਉਸ ਤੋਂ ਬਾਅਦ ਇੱਥੇ ਆ ਗਈ ਔਰ ਇਹ ਇੱਥੇ ਆ x ਤੇ ਫਿਰ ਜਾ ਕੇ ਟੱਚ ਹੋ ਗਈ। ਯਾਨੀ ਉਹ ਪੁੱਛ ਰਿਹਾ ਕਿ x ਵਾਲੀ x ਲਾਈਨ ਤੇ ਕਿੰਨੀ ਵਾਰ ਟੱਚ ਹੁੰਦੀ ਹੈ। ਦੇਖੋ 1 2 ਐਂਡ 3। ਸੋ ਆਂਸਰ ਕੀ ਹੋ ਗਿਆ ਸਾਡੇ ਕੋਲ ਵੀ 3 ਵਾਲੀ ਲਾਈਨ ਜਿਹੜੀ ਟੱਚ ਹੋ ਰਹੀ ਹੈ ਤਾਂ ਉਹਦੀਆਂ ਜਿਹੜੀਆਂ ਜ਼ੀਰੋਜ਼ ਹੋਣਗੀਆਂ ਉਹ 3 ਹੀ ਹੋਣਗੀਆਂ। फोर्थ क्वेश्चन है साढ़े सामने, द वैल्यू ऑफ k फॉर विच द सिस्टम ऑफ इक्वेशन kx minus y is equal to 2 and 6x minus 2y is equal to 3 has a unique solution। देखो ਇਹ ਤੁਹਾਨੂੰ ਸਮਝਣਾ ਬਹੁਤ ਜ਼ਰੂਰੀ ਹੈ। यूनिक सॉल्यूशन देखो साढ़े को तीन चीज़ां होंदियां, एक हुंदा साढ़े कोल यूनिक सॉल्यूशन, ठीक है।
ਇਹਨੂੰ ਅਸੀਂ ਫਾਈਂਡ ਆਊਟ ਕਰਦੇ ਹਾਂ, ਇਸਨੂੰ ਦੇਖਣ ਤੇ ਕਿਵੇਂ ਹੁੰਦਾ a1 upon a2 not equal b1 upon b2। ਇਹ ਮੈਂ ਤੁਹਾਨੂੰ ਨਾਲ ਅੱਗੇ ਜਾ ਕੇ ਸਮਝਾ ਦਿੰਦਾ। ਇੱਕ ਹੁੰਦਾ ਸਾਡੇ ਕੋਲ ਨੋ ਸੋਲੂਸ਼ਨ, ਜਿਹੜੇ ਨੋ ਸੋਲੂਸ਼ਨ ਪੁੱਛਿਆ ਹੋਵੇ ਫਿਰ ਤੁਸੀਂ ਕਿਸ ਨੇ ਦੇਖਣਾ a1 upon a2 equal b1 upon b2 not equal c1 upon c2। ਥਰਡ ਹੁੰਦਾ ਸਾਡੇ ਕੋਲ ਇਨਫਾਈਨਾਈਟ ਸੋਲੂਸ਼ਨ, ਠੀਕ ਹੈ ਜੀ। ਇਹਨੂੰ ਕਿਵੇਂ ਦੇਖਦੇ ਆਪਾਂ a1 upon a2 is equal to b1 upon b2 is equal to c1 upon c2। ਸਿੰਪਲ। ਹੁਣ ਦੇਖੋ, ਹੁਣ ਇਸ ਦੇ ਵਿੱਚ ਉਹਨੇ ਕੀ ਕੀਤਾ, ਉਹਨੇ ਕਿਹਾ ਸਾਨੂੰ ਯੂਨੀਕ ਸੋਲੂਸ਼ਨ ਦੇ ਹਿਸਾਬ ਨਾਲ ਦੱਸੋ ਇਸ। ਤਾਂ ਅਸੀਂ ਕੀ ਕਰਾਂਗੇ, ਦੇਖੋ ਇਕੁਏਸ਼ਨ ਲਿਖ ਲਾਂਗੇ ਸਾਡੇ ਕੋਲ ਜਿਹੜੀ ਦਿੱਤੀ ਹੈ ਉਸਨੇ kx minus y is equal to 2, 6x minus 2y is equal to 3। ਹੁਣ ਇਸ ਦੇ ਵਿੱਚ ਕੀ ਆ ਦੇਖੋ a1, ਹੁਣ a ਦੀ ਵੈਲਿਊ ਕੀ ਆ, a1 ਦੀ ਵੈਲਿਊ ਕੀ ਆ, ਇਹ a1 ਹੈ, ਇਹ b1 ਹੈ, ਇਹ c1 ਹੈ, ਠੀਕ ਹੈ ਜੀ। ਜਿਹੜੀ ਨੀਚੇ ਵੈਲਿਊ ਦਿੱਤੀ ਹੈ ਇਹ a2 ਹੈ, ਇਹ b2 ਹੈ, ਇਹ c2 ਹੈ, ਠੀਕ ਹੈ। ਹੁਣ ਤੁਸੀਂ ਕੀ ਕਰਨਾ, ਦੇਖੋ ਉਹਨੇ ਕੀ ਕਿਹਾ ਯੂਨੀਕ ਸੋਲੂਸ਼ਨ ਦੇ ਹਿਸਾਬ ਨਾਲ ਤੁਸੀਂ ਦੱਸਣਾ ਹੈ। ਤਾਂ ਤੁਸੀਂ ਕੀ ਕਰਨਾ a1 upon a2 not equal b1 upon b2। ਹੁਣ ਇੱਥੇ a1 ਦੀ ਵੈਲਿਊ ਕਿੰਨੀ ਸਾਡੇ ਕੋਲ ਦੇਖੋ k, ਠੀਕ ਹੈ ਜੀ। ਉਸ ਤੋਂ ਬਾਅਦ a2 ਦੀ ਨੀਚੇ a2 ਹੈ, a2 ਦੀ ਵੈਲਿਊ ਕਿੰਨੀ ਸਾਡੇ ਕੋਲ 6 not equal b1 ਦੀ ਵੈਲਿਊ ਸਾਡੇ ਕੋਲ ਕਿੰਨੀ ਹੈ, ਦੇਖੋ ਇਹਦੇ ਕਿੰਨੀ ਹੈ y ਦੇ ਨਾਲ ਕੀ ਕੁਝ ਨਹੀਂ ਲੱਗਿਆ। ਦੇਖੋ ਕੋਈ ਵੀ ਜਦੋਂ ਅਲਫਾਬੈਟਿਕ ਡਿਜੀਟ ਲੱਗਿਆ ਹੁੰਦਾ ਹੈ, x ਹੈ ਜਾਂ y ਹੈ, ਕੁਝ ਵੀ ਲੱਗਿਆ ਹੁੰਦਾ ਹੈ, ਇਸ ਦੇ ਨਾਲ ਜਦੋਂ ਕੁਝ ਨਹੀਂ ਹੁੰਦਾ ਤਾਂ ਅਸੀਂ ਕੀ ਮੰਨਦੇ ਹਾਂ 1। ਦੇਖੋ y ਦੇ ਨਾਲ ਕੁਝ ਨਹੀਂ ਤਾਂ 1। ਪਰ ਜੇ ਇੱਥੇ -y ਹੈ ਤਾਂ ਅਸੀਂ ਕੀ ਲਿਖਾਂਗੇ -1। तो ਇਸੇ ਤਰੀਕੇ ਨਾਲ ਇੱਥੇ ਦੇਖੋ ਕੀ ਹੈ -y, ਇੱਥੇ ਲਿਖਾਂਗੇ ਅਸੀਂ -1 ਅਪੋਨ ਇਹ ਕੀ ਹੈ ਨੀਚੇ ਦੇਖੋ ਜੀ -2, ਇੱਥੇ ਲਿਖਾਂਗੇ -2, ਮਾਈਨਸ ਨਾਲ ਮਾਈਨਸ ਕਟਿੰਗ ਹੋ ਗਿਆ। 6 ਨੂੰ ਅਸੀਂ ਇਸ ਸਾਈਡ ਲੈ ਜਾਾਂਗੇ, k is equal to 6, ਨੀਚੇ ਕੀ ਸੀਗਾ 2 ਨਾਲ ਅਸੀਂ ਕਟਿੰਗ ਕਰ ਦਾਂਗੇ 3, k is equal to 3। ਦੇਖੋ ਸਾਡੇ ਕੋਲ ਕੀ ਆਨਸਰ ਆ ਗਿਆ, k is not equal ਪਾਣਾ ਤੁਸੀਂ ਇੱਥੇ, ਕਿਉਂਕਿ ਇਹਦੇ ਵਿੱਚ ਅਸੀਂ not equal ਲੈ ਕੇ ਚੱਲਦੇ ਹਾਂ ਤਾਂ not equal 3। ਤਾਂ ਇਹੀ ਤੁਸੀਂ ਆਨਸਰ ਜਿਹੜਾ ਉੱਥੇ ਆਪਸ਼ਨ ਦੇ ਵਿੱਚ ਦੇਖਣਾ। ਇੱਥੇ ਆਪਸ਼ਨ ਦੇਖਣਾ ਤੁਸੀਂ ਕੀ ਹੈ, ਦੇਖੋ k not equal 3 ਵਾਲੀ, ਇਹ ਦੇਖੋ ਇਹ ਆਪਸ਼ਨ ਹੈ ਸਾਡੇ ਕੋਲ B। ਸੋ ਇਹਦਾ ਆਨਸਰ ਹੋ ਜਾਏਗਾ ਸਾਡੇ ਕੋਲ B। ਫਿਫਥ ਕੁਐਸਚਨ ਹੈ ਸਾਡੇ ਸਾਹਮਣੇ, if 6k is the solution of the equation 3x plus y minus 22 is equal to 0 then what is the value of k। ਦੇਖੋ ਇਸ ਤਰੀਕੇ ਦੇ ਕੁਐਸਚਨ ਨੂੰ ਸੋਲਵ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਗੱਲ ਸਮਝਣੀ ਜ਼ਰੂਰੀ ਹੈ ਕਿ ਜਿਹੜਾ ਉਹਨੇ ਦੱਸਿਆ 6k, ਇਹਦੇ ਵਿੱਚ ਤੁਸੀਂ ਕੀ ਦੇਖਣਾ ਹੈ, ਜਿਹੜੀ ਪਹਿਲੀ ਵੈਲਿਊ ਹੁੰਦੀ ਹੈ ਇਹ ਹਮੇਸ਼ਾ x ਦੀ ਹੁੰਦੀ ਹੈ ਔਰ ਸੈਕਿੰਡ ਵਾਲੀ ਵੈਲਿਊ ਹਮੇਸ਼ਾ y ਦੀ ਦਿੱਤੀ ਹੁੰਦੀ ਹੈ, ਠੀਕ ਹੈ ਜੀ। ਔਰ ਤੁਸੀਂ ਕੀ ਕਰਨਾ ਹੈ, ਇੱਥੇ ਸਿੰਪਲ ਜਿਸ ਇਕੁਏਸ਼ਨ ਦਿੱਤੀ ਹੈ ਤੁਹਾਡੇ ਕੋਲ 3x y minus 22 is equal to 0, ਜਿੱਥੇ x ਹੈ ਉੱਥੇ ਤੁਸੀਂ 6 ਪੁੱਟ ਕਰ ਦੇਣਾ ਇਸ ਤਰ੍ਹਾਂ ਬ੍ਰੈਕਟ ਦੇ ਵਿੱਚ ਪਾ ਕੇ, ਔਰ ਜਿੱਥੇ y ਆ ਗਿਆ ਉੱਥੇ ਤੁਸੀਂ k ਪੁੱਟ ਕਰ ਦੇਣਾ। -22 is equal to 0, ਮਲਟੀਪਲਾਈ ਕਰਾਂਗੇ 3 ਨੂੰ 6 ਦੇ ਨਾਲ, ਦੇਖੋ ਬ੍ਰੈਕਟ ਦੇ ਵਿੱਚ ਹੈ ਵੈਲਿਊਜ਼, ਤਾਂ ਇਸ ਦਾ ਮਤਲਬ ਕਿ ਇਹਦੇ ਵਿੱਚ ਕੋਈ ਦੋਨਾਂ ਵਿੱਚ ਕੋਈ ਸਾਈਨ ਨਹੀਂ, ਤਾਂ ਅਸੀਂ ਕੀ ਕਰਾਂਗੇ ਇੱਥੇ ਮਲਟੀਪਲਾਈ ਕਰਾਂਗੇ 6 3 ਦਾ 18 plus k minus 22 is equal to 0। ਦੇਖੋ ਜਿਹੜੇ ਨਿਊਮੈਰੀਕਲ ਨੇ ਇਸ ਨੂੰ ਅਸੀਂ ਮਾਈਨਸ ਕਰ ਲਾਂਗੇ, -22 ਔਰ 18 ਯਾਨੀ ਪਲੱਸ ਮਾਈਨਸ ਮਾਈਨਸ, ਆਨਸਰ ਕੀ ਆਏਗਾ ਸਾਡੇ ਕੋਲ 4। ਵੱਡੇ ਅੱਗੇ ਸਾਈਨ ਕਿਹੜਾ ਹੈ ਮਾਈਨਸ ਦਾ, ਹਮੇਸ਼ਾ ਤੁਸੀਂ ਇੱਥੇ ਇਹੀ ਦੇਖਣਾ ਜਦੋਂ ਸੋਲਵ ਕਰਨਾ ਪਲੱਸ ਮਾਈਨਸ ਨੂੰ ਤਾਂ ਵੱਡੇ ਡਿਜਿਟ ਅੱਗੇ ਸਾਈਨ ਕਿਹੜਾ, ਤਾਂ ਵੱਡੇ ਡਿਜਿਟ ਅੱਗੇ ਸਾਈਨ ਕਿਹੜਾ ਮਾਈਨਸ ਦਾ, ਤੁਸੀਂ ਇੱਥੇ ਪਾ ਦੋਗੇ -4। ਸਾਡੇ ਕੋਲ ਆਨਸਰ ਆ ਜਾਏਗਾ -4 plus k is equal to 0। ਹੁਣ k ਇੱਥੇ ਹੀ ਰੱਖਾਂਗੇ is equal to ਇਹ -4 ਦੂਜੀ ਸਾਈਡ ਜਾਏਗਾ, ਔਰ ਇੱਥੇ ਕੀ ਹੋ ਜਾਏਗਾ ਜਦੋਂ ਇਹ ਮਾਈਨਸ ਹੈ ਤਾਂ ਦੂਜੀ ਸਾਈਡ ਜਾ ਕੇ ਇਸਦਾ ਸਾਈਨ ਚੇਂਜ ਹੋ ਜਾਏਗਾ, ਆਨਸਰ ਆ ਜਾਏਗਾ ਸਾਡੇ ਕੋਲ 4। ਜੇ ਇੱਥੇ 4 ਹੁੰਦਾ, ਦੇਖੋ 4 plus k is equal to 0, ਤਾਂ k is equal to ਇਹ ਜਦੋਂ ਦੂਜੀ ਸਾਈਡ ਜਾਣਾ ਸੀ ਤਾਂ ਇਸਦਾ ਸਾਈਨ ਚੇਂਜ ਹੋ ਜਾਣਾ ਸੀ। ਇਸ ਦੇ ਨਾਲ ਦੇਖੋ ਕੁਝ ਨਹੀਂ ਤਾਂ ਅਸੀਂ ਕੀ ਮੰਨਦੇ ਹਾਂ ਵੀ ਪਲੱਸ ਲੱਗਿਆ, ਔਰ ਸਾਈਨ ਦੂਜੀ ਸਾਈਡ ਜਾ ਕੇ ਇਹ ਮਾਈਨਸ ਦਾ 4 ਬਣ ਜਾਣਾ ਸੀ, ਠੀਕ ਹੈ ਜੀ। ਪਰ ਸਾਡਾ ਜਿਹੜਾ ਫਾਈਨਲ ਆਨਸਰ ਹੈ ਉਹ ਕੀ ਰਹੇਗਾ, k is equal to 4। ਆਪਸ਼ਨ ਸਾਡੇ ਕੋਲ ਕੀ ਹੈ A, ਠੀਕ ਹੈ ਜੀ। ਆਨਸਰ ਇਸਦਾ ਕੀ ਹੋਏਗਾ A ਆਪਸ਼ਨ। 6th ਕੁਐਸਚਨ ਹੈ ਸਾਡੇ ਸਾਹਮਣੇ, which of the following equation is not a quadratic equation। ਕਿਹੜੀ ਇਕੁਏਸ਼ਨ ਹੈ ਜਿਹੜੀ ਕੁਆਡਰਿਕ ਇਕੁਏਸ਼ਨ ਨਹੀਂ ਹੈ। ਦੇਖੋ ਕੁਆਡਰਿਕ ਇਕੁਏਸ਼ਨ ਕਿਸ ਤਰ੍ਹਾਂ ਹੁੰਦੀ ਹੈ, ਕੁਆਡਰਿਕ ਇਕੁਏਸ਼ਨ ਦੇਖਣ ਲਈ ax² plus bx plus c, ਇਹ ਕੁਆਡਰਿਕ ਇਕੁਏਸ਼ਨ ਦੀ ਫਾਰਮੂਲੇਸ਼ਨ ਹੁੰਦੀ ਹੈ, ਜਿਹੜੀ ਹਾਈਐਸਟ ਪਾਵਰ ਹੈ ਉਹਦੀ 2 ਹੋਣੀ ਚਾਹੀਦੀ ਹੈ, ਇਹ ਕੰਪਲਸਰੀ ਹੈ, ਠੀਕ ਹੈ। ਹੁਣ ਦੇਖੋ ਇੱਥੇ ਤੁਸੀਂ ਇਹ ਦੇਖੋਗੇ ਕਿ ਇੱਥੇ ਕੀ ਲਿਖਿਆ x², ਠੀਕ ਹੈ, ਇੱਥੇ ਵੀ x², ਤੁਸੀਂ ਕਹੋਗੇ ਇਹ ਤਾਂ x² ਹੈ, ਦੇਖੋ ਪਾਵਰ ਜਿਹੜੀ ਹੈਗੀ ਆ ਇਹ ਵੀ ਸਾਡੇ ਕੋਲ ਆਨਸਰ ਹੋ ਸਕਦਾ ਹੈ, ਇਹ ਵੀ ਹੋ ਸਕਦਾ ਹੈ, ਪਰ ਇਸ ਦੇ ਵਿੱਚ ਕੀ ਆ, ਦੇਖੋ ਇੱਕ ਵੈਲਿਊ ਅਪੋਨ ਦੇ ਵਿੱਚ ਹੈ ਔਰ ਇੱਕ ਵੈਲਿਊ ਵਿਦਆਊਟ ਅਪੋਨ ਦੇ ਵਿੱਚ ਹੈ। ਤੁਹਾਨੂੰ ਕੀ ਕਰਨਾ ਪਊਗਾ, ਇਹਨੂੰ ਸੋਲਵ ਕਰਨਾ ਪਊਗਾ। ਦੇਖੋ x - 3 ਅਪੋਨ x is equal to 4, ਇਸ ਦੇ ਨੀਚੇ ਕੁਝ ਨਹੀਂ ਤਾਂ 1 ਲਗਾ ਲਓ, ਇਸ ਦਾ ਐਲਸੀਐਮ ਲੈਣਾ ਹੈ, ਐਲਸੀਐਮ 1 ਥੱਲੇ ਵਾਲੇ ਮਲਟੀਪਲਾਈ ਕਰਾਂਗੇ ਆਪਾਂ x ਆ ਜਾਏਗਾ,
फिर असीं देखना 1 ਦੇ ਟੇਬਲ 'ਚ x ਕਿੱਥੇ ਆਇਆ, x ਤੇ ਆਇਆ। फिर इस नूं ਉੱਪਰ ਨਾਲ ਮਲਟੀਪਲਾਈ ਕਰਾਂਗੇ x ਦੇ ਨਾਲ, x ਨਾਲ ਮਲਟੀਪਲਾਈ ਕਰ ਦਾਂਗੇ, ਕਿੰਨਾ ਹੋ ਜਾਏਗਾ ਸਾਡੇ ਕੋਲ x ਸਕੁਅਰ, ਉਹ ਅਸੀਂ ਇੱਥੇ ਲਿਖ ਲਾਂਗੇ, ਠੀਕ ਹੈ। ਮਾਈਨਸ फिर उस तो बाद ये x के टेबल से देखना है, ये x कितने आया, तो आंसर आएगा साढ़े को 1 1 ਨੂੰ ਮਲਟੀਪਲਾਈ ਕਰਾਂਗੇ ਉੱਪਰ ਵਾਲੇ ਦੇ ਨਾਲ, ਜੋ ਉੱਪਰ ਲਿਖਿਆ ਹੋਇਆ, ਉੱਪਰ ਕੀ ਲਿਖਿਆ 3 इज इक्वल टू 3, तो आंसर बन जाएगा ਇੱਥੇ ਸਾਡੇ ਕੋਲ 3 इज इक्वल टू 4। ਇਹ ਜੇ ਸਾਫ਼-ਸਾਫ਼ ਆਪਾਂ ਲਿਖ ਕੇ ਦੇਖਦੇ ਹਾਂ ਕੀ ਬਣ ਜਾਏਗਾ ਸਾਡੇ ਕੋਲ x ਸਕੁਅਰ ਮਾਈਨਸ 3 ਅਪੋਨ x ਇਜ਼ ਇਕੁਅਲ ਟੂ 4। ਇਸ x ਨੂੰ ਅਸੀਂ ਦੂਜੀ ਸਾਈਡ ਲੈ ਕੇ ਜਾਵਾਂਗੇ, ਜਦੋਂ ਇਹ ਉੱਪਰ ਜਾਏਗਾ ਤਾਂ ਕੀ ਹੋਏਗਾ, ਮਲਟੀਪਲਾਈ ਹੋ ਕੇ ਜਾਏਗਾ। x square minus 3 is equal to 4 multiply x square minus 3 is equal to 4x। 4x ਨੂੰ ਅਸੀਂ ਇਸ ਸਾਈਡ ਲੈ ਕੇ ਆਵਾਂਗੇ, x square ਦੇਖੋ ਇਹ ਪਲੱਸ ਦਾ ਸਾਈਨ ਹੈ, ਇਸ ਦੇ ਅੱਗੇ ਕੁਝ ਨਹੀਂ ਤਾਂ ਪਲੱਸ ਹੈ, ਇਸ ਸਾਈਡ ਆ ਕੇ ਕੀ ਹੋ ਜਾਏਗਾ ਮਾਈਨਸ 4x, ਮਾਈਨਸ 3 ਆਪਣੀ ਜਗ੍ਹਾ ਤੇ ਹੀ ਹੈ, ਔਰ ਇਹ ਸਾਡੇ ਕੋਲ ਕੀ ਬਣ ਗਈ, ਦੇਖੋ ਕੁਆਡ੍ਰਿਕ ਇਕੁਏਸ਼ਨ ਬਣ ਗਈ। ਜੋ ਤਰੀਕੇ ਦੀ ਅਸੀਂ ਮੈਂ ਤੁਹਾਨੂੰ ਜਿਸ ਤਰੀਕੇ ਦੀ ਤੁਹਾਨੂੰ ਸਟਾਰਟਿੰਗ ਦੱਸੀ ਸੀ ਕਿ ਇਸ ਤਰੀਕੇ ਦੀ ਹੋਣੀ ਚਾਹੀਦੀ ਆ, ਉਹ ਸਾਨੂੰ ਪਹਿਲੇ ਆਪਸ਼ਨ ਦੇ ਵਿੱਚ ਹੀ मिल गई। एक बार मैं तुहानू देखो इसके भी कन्फ्यूजन दूर कर देना, सैकेंड वाले दी सैकेंड भी असीं एक बार सॉल्व करके देख लैंदे आ कि इसका आंसर की आता है। 3.1 देखो एलसीएम वही x आ गया, 1 के टेबल च x कितने आया, x ते x नूं उपर मल्टीप्लाई किया 3x माइनस x के टेबल च x कितने आया 1 ते 1 नूं उपर करांगे की हो जाएगा माइनस 5 इज इक्वल टू एक्स स्क्वायर अपनी जगह पे, ठीक है जी। 3x माइनस 5 ax जड़ा दूसरी साइड जाएगा ऊपर जाके मल्टीप्लाई हो जाएगा, x स्क्वायर मल्टीप्लाई x 3x माइनस 5 इज इक्वल टू x क्यूब। देखो एक्चुअली सानू पता लग गया कि बन गया x क्यूब बन गया, पर अपन की चाहिए सी पावर 2। देखो तुसी अगले ऑप्शन भी करोगे तो आंसर इस तरीके का ही कुछ बनता जाएगा, पर साडे कोल फर्स्ट ऑप्शन दे विच ही साडे कोल आंसर मिल गया, तो इसका आंसर की होएगा ए, ठीक है जी। 7th क्वेश्चन है साडे सामने, व्हाट इज द कॉमन डिफरेंस ऑफ एन एपी। देखो कॉमन डिफरेंस कढना बहुत ही सिंपल गल है। कॉमन डिफरेंस कढन दे लई असीं की करदे हां, असीं फार्मूला लगा दिंदे हां a2 माइनस a1। देखो जिहड़ी साडे कोल एपी दित्ती है वो की है 3 1 माइनस 1 माइनस 3। देखो जिहड़ी पहली वैल्यू है कि a, सैकेंड वैल्यू a2, फिर उस तो बाद a3, फिर a4, ठीक है। ਹੁਣ ਸਾਡੇ ਕੋਲ ਫਾਰਮੂਲਾ ਕੀ ਹੈ a2 ਮਾਈਨਸ a1, ਤਾਂ ਅਸੀਂ ਕੀ ਕਰਾਂਗੇ a2 ਦੀ ਵੈਲਿਊ ਕਿੰਨੀ ਹੈ 1, ਫਿਰ ਇਹ ਮਾਈਨਸ ਫਾਰਮੂਲੇ ਵਾਲਾ, ਔਰ a1 ਦੀ ਵੈਲਿਊ ਕਿੰਨੀ ਹੈ ਸਾਡੇ ਕੋਲ 3, ਉਹ ਇੱਥੇ ਪੁੱਟ ਕਰ ਦਾਂਗੇ, ਤਾਂ ਇਸ ਨੂੰ ਮਾਈਨਸ ਕਰਾਂਗੇ ਤਾਂ ਕਿੰਨਾ ਆਨਸਰ ਆਏਗਾ, ਦੇਖੋ 3 ਚੋਂ ਬਣ ਗਏ 2। ਫਿਰ ਵੱਡੇ ਕੇ ਸਾਈਨ ਹਮੇਸ਼ਾ ਤੁਸੀਂ ਜ਼ਰੂਰ ਧਿਆਨ ਰੱਖਣਾ, ਦੇਖੋ ਇਹ 3 ਵੱਡਾ ਤਾਂ 3 ਦੇ ਅੱਗੇ ਸਾਈਨ ਕਿਹੜਾ ਮਾਈਨਸ ਦਾ, ਤੁਸੀਂ ਉਹ ਜ਼ਰੂਰ ਲਗਾਉਣਾ, ਇਹ ਤੁਸੀਂ ਧਿਆਨ ਰੱਖਣਾ। ਫਿਰ ਨੈਕਸਟ ਅਸੀਂ ਕੱਟਾਂਗੇ ਇਸੇ ਤਰੀਕੇ ਨਾਲ a3 ਮਾਈਨਸ a2, ਇਹ ਤੁਸੀਂ ਦੋ ਵਾਰੀ ਕਰਨਾ ਜ਼ਰੂਰ, पहला a2 माइनस a1, फिर उस बाद a3 माइनस a2। हुण a3 की वैल्यू कितनी है देखो -1, फिर माइनस जो फार्मूले दे विच लग्या, एंड a2 की वैल्यू कितनी साडे कोल 1, माइनस माइनस प्लस 1 और 1 2। देखो एक तो साडे कोल ये रूल है कि जेड़ा डिजिट वड्डा है, जिवें इत्थे 3 वड्डा सीगा उस जगह जेड़ा साइन सी असीं ओह लगाता, ठीक है। एक साडे कोल देखो जदों भी डिजिट सेम होण, जिवें मैं देखो एग्जांपल लित्ती है 2 एंड 2 दी, दोनों अगे माइनस लगाया होया, ठीक है जी। ਤੇ ਅਸੀਂ ਕੀ ਕਰਾਂਗੇ ਦੇਖੋ ਮਾਈਨਸ ਮਾਈਨਸ ਪਲੱਸ 2 ਐਂਡ 2 4, ਔਰ ਜੇ ਦੋਨਾਂ ਅੱਗੇ ਮਾਈਨਸ ਆ ਤਾਂ ਆਨਸਰ ਜਿਹੜਾ ਤੁਹਾਡਾ ਉਹ ਮਾਈਨਸ ਦੇ ਵਿੱਚ ਹੀ ਤੁਸੀਂ ਲਿਖਣਾ ਹੈ, ਠੀਕ ਹੈ। ਹੁਣ ਇੱਥੇ ਦੇਖੋ ਮਾਈਨਸ ਮਾਈਨਸ ਦੋਨਾਂ ਅੱਗੇ ਆ, ਦੋਨੋਂ ਡਿਜਿਟ ਸੇਮ ਨੇ, ਕੀਤਾ ਅਸੀਂ ਪਲੱਸ ਹੈ, ਪਰ ਆਨਸਰ ਦੇ ਵਿੱਚ ਅਸੀਂ ਕੀ ਲਿਖਾਂਗੇ ਮਾਈਨਸ। ਸੋ ਸਾਡੇ ਕੋਲ ਦੇਖੋ ਦੋ ਵਾਰੀ ਜਦੋਂ ਅਸੀਂ ਨੂੰ ਸੋਲਵ ਕੀਤਾ ਤਾਂ ਦੋਨੋਂ ਸੇਮ ਆਨਸਰ ਆਏ, ਤਾਂ ਇਸ ਦਾ ਮਤਲਬ ਕੀ ਹੋਇਆ ਸਾਡੇ ਕੋਲ ਜਿਹੜਾ ਕਾਮਨ ਡਿਫਰੈਂਸ ਹੈ, ਜਿਸ ਨੂੰ ਅਸੀਂ ਡੀ ਵੀ ਕਹਿ ਦਿੰਦੇ ਹਾਂ, ਕਈ ਵਾਰ ਉੱਥੇ ਡੀ ਕਹਿ ਦਿੰਦੇ ਨੇ, ਡੀ ਮੀਨਸ ਡਿਫਰੈਂਸ, ਠੀਕ ਹੈ। तो डी कितना आएगा साडे कोल -2। तो इत्थे ऑप्शन दे विच आंसर कित्थे है, ऑप्शन नंबर बी -2। 8th क्वेश्चन है साडे सामने, द कोआर्डिनेट ऑफ अ पॉइंट ऑन द एक्स एक्सिस इज। ਤੁਸੀਂ ਕਿਵੇਂ ਦੇਖਣਾ ਇਸ ਨੂੰ, ਦੇਖੋ ਜੇ ਤਾਂ ਤੁਹਾਨੂੰ x ਐਕਸਿਸ ਦੀ ਗੱਲ ਕਰ ਰਿਹਾ, ਠੀਕ ਹੈ ਜੀ, ਫਿਰ ਤੁਸੀਂ ਕੀ ਕਰਨਾ ਹੈ x ਦੀ ਵੈਲਿਊ ਐਜ਼ ਇਟ ਇਜ਼ ਰੱਖਣੀ ਹੈ, ਔਰ y ਦੀ ਵੈਲਿਊ ਨੂੰ ਤੁਸੀਂ 0 ਕਰ ਦੇਣਾ। x ਨੂੰ ਤੁਸੀਂ ਐਜ਼ ਇਟ ਲਿਖਣਾ ਹੈ, y ਨੂੰ 0 ਪੁੱਟ ਕਰ ਲੈਣਾ। ਜੇ ਉਹ ਕਹਿ ਰਿਹਾ ਤੁਹਾਨੂੰ y ਐਕਸਿਸ, ਤਾਂ ਤੁਸੀਂ ਕੀ ਕਰਨਾ y ਦੀ ਵੈਲਿਊ एज इट इज लिख लेनी है और 0 x की जगह पे पुट कर देना। सिंपल है, देखो x की जगह पे तुसी x ही लिखना है और y की जगह पे 0 पुट कर। तो इत्थे देखो वो की कह रहा है x एक्सिस, तो साडे कोल की है वैल्यू भी आई x, 0 ते किथे है फर्स्ट ऑप्शन दे विच साडे कोल ऑप्शन हो गया A इज द आंसर। 9th क्वेश्चन है साडे सामने, 9 secant स्क्वायर A माइनस 9 tan स्क्वायर A इज इक्वल टू cos थीटा sin थीटा वाले जेडे क्वेश्चन ने ये बहुत ही हौली हौली समझ आउंदे ने, पर ਇਹ ਕੁਐਸਚਨ ਇੰਨੇ ਜ਼ਿਆਦਾ ਈਜ਼ੀ ਨੇ। ਤੁਸੀਂ ਮੇਰੇ ਇਸ ਚੈਨਲ ਨਾਲ ਜੁੜੇ ਰਹੋ, एग्जाम तो पहला मैं ਤੁਹਾਡੀ ਇਹਨਾਂ ਕੁਐਸਚਨਾਂ ਦੀ ਇਸ ਤਰੀਕੇ ਨਾਲ ਤਿਆਰੀ ਕਰਾ ਦਾਂਗਾ
कि तुसी 10th ਤਾਂ ਛੱਡੋ, ਤੁਸੀਂ 12 BA ਜਿੱਥੇ ਮਰਜ਼ੀ ਕਲਾਸ ਚਲੇ ਜਾਓ, ਪਰ ਤੁਸੀਂ ਇਹ ਕੁਐਸਚਨ ਨਹੀਂ ਕਦੇ ਭੁੱਲਦੇ। ਠੀਕ ਹੈ, ਇੰਨੇ ਈਜ਼ੀ ਕੁਐਸਚਨ ਨੇ ਔਰ ਇਸ ਤਰੀਕੇ ਨਾਲ ਮੈਂ ਤੁਹਾਨੂੰ ਕਰਾਉਂਗਾ ਇਹਨੂੰ ਸੋਲਵ। ਤੁਸੀਂ ਇਸ ਕੁਐਸਚਨ ਨੂੰ ਸਿੰਪਲ ਤਰੀਕੇ ਨਾਲ ਸਮਝੋ। ਦੇਖੋ ਇਹ ਮਾਈਨਸ ਹੈ, ਦੋਨਾਂ ਦੇ ਸੈਂਟਰ ਦੇ ਵਿੱਚ ਇੱਕ ਸਾਡੇ ਕੋਲ ਲੈਫਟ ਸਾਈਡ ਹੈ, ਇੱਕ ਸਾਡੇ ਕੋਲ ਰਾਈਟ ਸਾਈਡ ਹੈ। ਠੀਕ ਹੈ, ਹੁਣ ਦੋਨਾਂ ਦੇ ਵਿੱਚ ਤੁਸੀਂ ਇਹ ਦੇਖੋ ਵੀ ਕਾਮਨ ਕੀ ਆ, ਵੀ ਕਾਮਨ ਮੀਨ ਵੀ ਸੇਮ ਕਿਹੜਾ ਡਿਜਿਟ ਲਿਖਿਆ। ਦੇਖੋ ਸਿੰਪਲ ਲਿਖ ਰਿਹਾ ਸਾਨੂੰ ਇਹ 9 और इस साइड भी 9, इसमें ਤੁਸੀਂ ਬਾਹਰ ਕੱਢ ਲਓ। ਠੀਕ ਹੈ, ਫਿਰ ਇੱਥੇ ਬ੍ਰੈਕਟ ਸਟਾਰਟ ਕਰ ਲਓ ਕਿਉਂਕਿ ਹੋਰ ਕੋਈ ਕਾਮਨ ਹੈ ਨਹੀਂ। ਹੁਣ ਮਾਈਨਸ ਤੋਂ ਇਸ ਸਾਈਡ ਸਾਡੇ ਕੋਲ ਕੀ ਬਚ ਗਿਆ, ਇਹ 9 ਤਾਂ ਖਤਮ ਹੋ ਗਿਆ, ਸਾਡੇ ਕੋਲ ਕੀ ਬਚਿਆ ਸੀਕੈਂਟ ਸਕੁਅਰ ਮਾਈਨਸ ਕੀ ਬਚਿਆ ਹੋਰ tan ਸਕੁਅਰ a। ਠੀਕ ਹੈ, ਹੁਣ ਇਸ ਵਾਰ ਕੀ ਕਰਨਾ ਤੁਸੀਂ ਦੇਖੋ 9 ਔਰ ਸੀਕੈਂਟ ਸਕੁਅਰ a ਮਾਈਨਸ tan ਸਕੁਅਰ a, ਇਸ ਦੀ ਵੈਲਿਊ ਹੁੰਦੀ ਸਾਡੇ ਕੋਲ 1। ਆਨਸਰ ਆ ਜਾਏਗਾ ਸਾਡੇ ਕੋਲ 9 × 1 9। ਕੁਐਸਚਨ ਦੇਖੋ ਸੋਲਵ ਹੋ ਗਿਆ। ਹੁਣ ਇਸ ਦੇ ਨਾਲ ਮੈਂ ਤੁਹਾਨੂੰ ਇੱਕ ਹੋਰ ਦੱਸ ਦਿੰਦਾ, ਇੱਥੇ ਇੱਕ ਹੋਰ ਚੀਜ਼ ਆ ਜਾਂਦੀ ਹੈ। ਇੱਕ ਤਾਂ ਦੇਖੋ ਸੀਕੈਂਟ ਸਕੁਅਰ ਮਾਈਨਸ tan ਸਕੁਅਰ a, ਇਹਦੀ ਤੁਹਾਨੂੰ ਇਹ ਵੈਲਿਊ ਕੁਛ ਨਾ ਯਾਦ ਰੱਖਣੀਆਂ ਪੈਣਗੀਆਂ। ਜਿਵੇਂ ਦੇਖੋ ਇੱਕ ਹੁੰਦਾ ਸਾਡੇ ਕੋਲ 1 + tan ਸਕੁਅਰ a ਇਸ ਦੀ ਵੈਲਿਊ ਹੁੰਦੀ ਸਾਡੇ ਕੋਲ ਸੀਕੈਂਟ ਸਕੁਅਰ a। ਫਿਰ ਸਾਡੇ ਕੋਲ ਦੇਖੋ tan ਸਕੁਅਰ a, ਇਹੀ tan ਸਕੁਅਰ a ਦੇਖੋ ਅਸੀਂ ਇੱਥੇ ਲਿਖ ਲਿਆ, ਔਰ ਇਸ 1 ਨੂੰ ਅਸੀਂ ਦੂਜੀ ਸਾਈਡ ਲੈ ਕੇ ਜਾਵਾਂਗੇ ਤਾਂ ਇੱਥੇ ਕੀ ਹੋ ਜਾਊਗਾ, ਦੇਖੋ ਸੀਕੈਂਟ ਸਕੁਅਰ a - 1। ਠੀਕ ਹੈ, ਤਾਂ ਸਾਡੇ ਕੋਲ tan ਸਕੁਅਰ ਦੀ ਵੈਲਿਊ ਬਣ ਜਾਏਗੀ। ਫਿਰ ਦੇਖੋ ਤੁਸੀਂ ਇੱਥੇ ਇਸੇ ਕੁਐਸਚਨ ਕੀ ਕੀਤਾ ਸੀ, 1 ਨੂੰ ਇੱਥੇ ਰੱਖ ਲਿਆ ਸੀਕੈਂਟ ਸਕੁਅਰ a ਮਾਈਨਸ, ਹੁਣ ਅਸੀਂ ਫਿਰ tan ਨੂੰ ਉਸ ਸਾਈਡ ਲੈ ਗਏ tan ਸਕੁਅਰ a। ਠੀਕ ਹੈ, ਹੁਣ ਸਾਡੇ ਕੋਲ ਕੀ ਹੋ ਗਿਆ ਸੀਕੈਂਟ ਸਕੁਅਰ a ਮਾਈਨਸ tan ਸਕੁਅਰ a 1। ਇਹ ਚਾਹੇ 1 ਇਸ ਸਾਈਡ ਲਿਖਿਆ ਚਾਹੇ ਉਸ ਸਾਈਡ ਲਿਖਿਆ, ਉਹ ਇੱਕੋ ਹੀ ਗੱਲ ਹੈ, 1 ਹੀ ਆਨਸਰ ਆਏਗਾ। ਸੋ ਇਸੇ ਕਰਕੇ ਅਸੀਂ ਕੁਐਸਚਨ ਵਿੱਚ ਕੀ ਕੀਤਾ ਸੀਗਾ, ਸੀਕੈਂਟ ਸਕੁਅਰ a ਮਾਈਨਸ tan ਸਕੁਅਰ a, ਇਸ ਨੂੰ ਕੀ ਕੀਤਾ ਸੀ 1 ਦੇ ਇਕੁਅਲ ਮੰਨਿਆ ਸੀ, ਤਾਂ ਅਸੀਂ ਇੱਥੇ ਵੈਲਿਊ 1 ਲਿਖ ਲਈ। ਦੇਖੋ ਜਦੋਂ ਤੁਸੀਂ ਮੇਰੀ ਵੀਡੀਓ ਦੇਖਦੇ ਰਹੋ ਸਾਰੀ, ਤੁਸੀਂ ਇਸ ਤਰੀਕੇ ਨਾਲ ਜਿਹੜੇ ਕੁਐਸਚਨ ਆਈ ਜਾਣਗੇ, ਮੈਂ ਹੌਲੀ ਤੁਹਾਨੂੰ ਮੈਂ ਨਾਲ ਕੋਈ ਹੋਰ ਜਿਹੜੇ ਫਾਰਮੂਲੇ ਨੇ ਹੌਲੀ ਸਮਝਾਈ ਜਾਵਾਂਗਾ। ਜੇ ਮੈਂ ਤੁਹਾਨੂੰ ਇੱਕੋ ਕੁਐਸਚਨ ਸਮਝਾਉਣ ਲੱਗ ਗਿਆ ਤੁਸੀਂ ਇੱਥੇ ਹੀ ਬੋਰ ਹੋ ਜਾਣਾ, ਔਰ ਉਸ ਤਰੀਕੇ ਦੇ ਨਾਲ ਕੁਐਸਚਨ ਆਈ ਜਾਣਗੇ, ਮੈਂ ਤੁਹਾਨੂੰ ਨਾਲ ਇਹਨਾਂ ਨੂੰ ਸਮਝਾਈ ਜਾਵਾਂਗਾ। ਠੀਕ ਹੈ, ਔਰ ਤੁਸੀਂ ਨੋਟ ਕਰਦੇ ਰਹੋ ਆਪਣੀ ਕਾਪੀ ਦੇ ਵਿੱਚ, ਇਹ ਫਾਰਮੂਲੇ ਨੋਟ ਕਰ ਲਿਓ ਤਾਂ ਜੋ ਤੁਹਾਨੂੰ ਐਗਜ਼ਾਮ ਦੇ ਵਿੱਚ ਤੁਸੀਂ ਕਾਪੀ ਤੁਹਾਡੇ ਸਾਹਮਣੇ ਹੋਵੇ ਔਰ ਤੁਸੀਂ ਫਾਰਮੂਲਿਆਂ ਨੂੰ ਯਾਦ ਕਰ ਲਓ ਔਰ ਤੁਹਾਡੇ ਲਈ ਪੇਪਰ ਕਰਨਾ ਈਜ਼ੀ ਹੋ ਜਾਵੇ। 10th ਕੁਐਸਚਨ ਆਈ ਸਾਡੇ ਸਾਹਮਣੇ, ਇਨ ਰਾਈਟ ਟ੍ਰਾਇੰਗਲ ABC sin A = ਦੇਖੋ ਇਹ ਸਾਡੇ ਕੋਲ ਇੱਕ ਰਾਈਟ ਟ੍ਰਾਇੰਗਲ ਬਣਿਆ ਹੋਇਆ। ਇਹਨਾਂ ਕੁਐਸਚਨ ਨੂੰ ਸੋਲਵ ਕਰਨ ਲਈ ਦੇਖੋ ਸਿੰਪਲ ਸਾਡੇ ਕੋਲ ਇੱਕ ਫਾਰਮੂਲਾ ਹੁੰਦਾ ਹੈ, ਪੰਡਿਤ ਬਦਰੀ ਪ੍ਰਸਾਦ ਹਰ ਬੋਲ। ਠੀਕ ਹੈ, ਇਸ ਨੂੰ ਸਮਝਾਉਣ ਦੇ ਲਈ ਇਹ ਸਲੋਗਨ ਜਿਹੜਾ ਬਣਾਇਆ ਗਿਆ, ਪੰਡਿਤ ਬਦਰੀ ਪ੍ਰਸਾਦ ਹਰ ਬੋਲ। ਠੀਕ ਹੈ, ਹੁਣ ਇੱਥੇ ਕੀ ਹੈ P/H, ਇਹਦਾ ਮਤਲਬ ਕੀ ਹੈ, ਉੱਪਰ ਲਿਖਾਂਗੇ ਦੇਖੋ ਸਾਈਨ, ਇਹ ਹੈਗੀ ਵੈਲਿਊ ਕੋਸ, ਇਹ ਹੈਗੀ tan। ਠੀਕ ਹੈ, ਫਿਰ ਨੀਚੇ ਆ ਜਾਓ, ਇਹ ਹੋ ਜਾਏਗੀ ਕੋਸਿਕ, ਇਹ ਹੋ ਜਾਏਗੀ ਸੀਕੈਂਟ, ਇਹ ਹੋ ਜਾਏਗੀ ਸਾਡੇ ਕੋਲ ਕੋਟ। ਹੁਣ ਲਿਖਣਾ ਕਿਵੇਂ, ਦੇਖੋ ਜੇ ਸਾਈਨ ਲਿਖਣਾ ਆਪਾਂ ਕਿਵੇਂ ਕਰਾਂਗੇ, ਸਾਈਨ ਦੇ ਨੀਚੇ ਕੀ ਹੈ ਦੇਖੋ P/H, ਅਸੀਂ ਲਿਖ ਦਾਂਗੇ ਇੱਥੇ P/H। ਜੇ ਅਸੀਂ ਕੋਸ ਨੂੰ ਦੱਸਣਾ, ਕੋਸ ਨੂੰ ਦੇਖਣਾ ਤਾਂ ਕੋਸ ਦੀ ਵੈਲਿਊ ਕਿਵੇਂ ਦੇਖਾਂਗੇ B/H। ਠੀਕ ਹੈ, ਫਿਰ ਇਸੇ ਤਰੀਕੇ ਨਾਲ tan ਦੀ ਆ ਜਾਏਗੀ P/B। ਸੋ ਇਸੇ ਤਰੀਕੇ ਨਾਲ ਫਿਰ ਕੋਸਿਕ ਦੀ ਆ ਗਈ। ਫਿਰ ਹੁਣ ਨੀਚੇ ਆ ਗਿਆ, ਹੁਣ ਇਹਨੂੰ ਅਸੀਂ ਉੱਪਰ ਵਾਲਾ ਲਿਖ ਦੇਣਾ। ਦੇਖੋ ਨੀਚੇ ਜੋ ਹੈਗਾ ਉਹ ਪਹਿਲਾਂ H, ਫਿਰ ਉਸਦੇ ਉੱਪਰ ਕੀ ਆ P, ਇੱਥੇ P ਲਿਖ ਦੇਣਾ H/P। ਠੀਕ ਹੈ, ਫਿਰ ਆ ਗਈ ਸਾਡੇ ਕੋਲ ਸੀਕੈਂਟ ਦੀ, ਸੀਕੈਂਟ ਲਿਖਾਂਗੇ H/B। ਫਿਰ ਆ ਗਈ ਸਾਡੇ ਕੋਲ ਕੋਟ ਦੀ ਲਿਖਾਂਗੇ ਆਪਾਂ, ਫਿਰ ਕੋਟ ਦੀ ਲਿਖਾਂਗੇ ਅਸੀਂ B/P। ਠੀਕ ਹੈ ਜੀ, ਦੇਖੋ ਇਸ ਕੁਐਸਚਨ ਤੁਹਾਨੂੰ ਉਹਨੇ ਕੀ ਕਿਹਾ, sin A ਮੈਂ ਤੁਹਾਨੂੰ ਸਮਝਾਇਆ ਕੀ ਹੁੰਦਾ P/H। ਅਸੀਂ ਕੀ ਕਰਾਂਗੇ, ਇੱਥੇ ਦੇਖੋ P ਦੀ ਵੈਲਿਊ, ਤਾਂ ਤੁਸੀਂ ਟ੍ਰਾਇੰਗਲ ਦੇਖੋ, ਟ੍ਰਾਇੰਗਲ ਕਿਹੜਾ ਸੀਗਾ ਰਾਈਟ ਟ੍ਰਾਇੰਗਲ ABC। ਤਾਂ ਦੇਖੋ ਆਪਣੇ ਕੋਲ ਇਹ ਕੀ ਆ, ਆਹ ਲਾਈਨ ਕੀ ਆ ਆਪਣੇ ਕੋਲ P, ਇਹ ਨੀਚੇ ਕੀ ਆ ਸਾਡੇ ਕੋਲ ਬੇਸ। ਠੀਕ ਹੈ, ਔਰ ਇਹ ਤਿਰਛੀ ਲਾਈਨ ਨੂੰ ਅਸੀਂ ਕੀ ਕਹਿੰਦੇ ਆ, ਜਿਸ ਨੂੰ ਸਲੈਂਟ ਹਾਈਟ ਵੀ ਕਹਿ ਦਿੰਦੇ ਆ, ਇਸ ਨੂੰ ਅਸੀਂ ਕੀ ਕਹਿੰਦੇ ਆ H। ਠੀਕ ਹੈ, ਯਾਨੀ ਹਾਈਪੋਟੈਨਸ। P ਪਰਪੈਂਡੀਕੂਲਰ, H ਹਾਈਪੋਟੈਨਸ, B ਮੀਨਸ ਬੇਸ। ਠੀਕ ਹੈ, ਹੁਣ ਸਾਈਨ ਦਾ ਮਤਲਬ ਕੀ ਹੈ P/H, P ਦੀ ਵੈਲਿਊ ਕੀ ਹੈ ਦੇਖੋ ਕੋਲ AB, ਤੇ ਨੀਚੇ ਕੀ H ਦੀ ਵੈਲਿਊ ਕਿੰਨੀ ਸਾਡੇ ਕੋਲ AC। ਹੁਣ ਕੁਝ ਸਟੂਡੈਂਟ ਕੀ ਕਰਨਗੇ, ਉੱਥੇ AB/AC ਆਪਸ਼ਨ ਲੱਭਣਗੇ, ਉਹਨਾਂ ਨੇ ਕਹਿਣਾ ਦੇਖੋ ਜੀ ਇਹ ਆਨਸਰ ਸਹੀ ਹੈ, ਪਰ ਇਹ ਆਨਸਰ ਗਲਤ ਹੈ। ਹੁਣ ਗਲਤ ਕਿਉਂ ਹੋ ਗਿਆ, ਕਿਉਂਕਿ ਸਾਨੂੰ ਦੇਖੋ ਉਹਨੇ ਦਿੱਤਾ ਸਪੈਸ਼ਲ sin A, ਇਸ A ਦੀ ਵੀ ਕੋਈ ਵੈਲਿਊ ਹੈ। ਜੇ ਤਾਂ ਇੱਥੇ ਦੇਖੋ ਤੁਹਾਨੂੰ ਉਹਨੇ ਦਿੱਤਾ ਹੁੰਦਾ sin θ, ਫਿਰ ਤੁਹਾਡੇ ਕੋਲ ਇਹੀ ਆਨਸਰ ਹੁੰਦਾ AB/AC, ਪਰ ਇੱਥੇ ਉਸਨੇ ਕੀ ਕਿਹਾ sin A, ਇਟ ਮੀਨਸ ਕੀ ਹੈ, ਪਰ ਇੱਥੇ ਅਸੀਂ ਕੀ ਦੇਖਣਾ, ਤੁਸੀਂ ਦੇਖੋ A ਦੇ ਉੱਪਰ ਖੜ ਜਾਣਾ ਜਾ ਕੇ, ਇਸ ਪੁਆਇੰਟ ਦੇ ਉੱਪਰ A ਦੇ ਸਾਹਮਣੇ ਜਿਹੜੀ ਵੈਲਿਊ ਹੋਏਗੀ ਤੁਹਾਡੇ ਕੋਲ ਉਹ ਕੀ ਬਣ ਜਾਏਗੀ ਪਰਪੈਂਡੀਕੂਲਰ, ਮੀਨਸ ਕੀ ਹੋ ਜਾਏਗਾ ਸਾਡੇ ਕੋਲ ਇਹ BC, ਯਾਨੀ ਇਹ P/H ਸਾਡੀ ਅਸੀਂ ਦੇਖਣਾ ਸੀਗਾ।
ਸੋ P ਦੀ ਵੈਲਿਊ ਕੀ ਬਣ ਜਾਏਗੀ ਸਾਡੇ ਕੋਲ BC ਅਪੋਨ H। H ਆਪਣੀ ਜਗ੍ਹਾ ਤੇ ਰਹੇਗਾ, H ਕਦੇ ਚੇਂਜ ਨਹੀਂ ਹੁੰਦਾ। ਠੀਕ ਹੈ, ਤੁਸੀਂ ਇਹ ਜਿਹੜਾ ਪੁਆਇੰਟ ਹੈ ਨਾ ਉੱਪਰ A ਵਾਲਾ, ਇਹ ਇਹਦੇ ਹੀ ਚੇਂਜ ਹੁੰਦਾ। ਜੇ ਤੁਹਾਨੂੰ ਨੇ ਕਹਿਤਾ ਮੰਨ ਲਓ ਉੱਥੇ ਸਾਨੂੰ ਇਹ ਕਹਿ ਦਿੰਦਾ sin C, ਤਾਂ ਫਿਰ ਕੀ ਸੀਗਾ, ਇਹ C ਸੀਗਾ। ਇਸ ਪੁਆਇੰਟ ਤੇ ਤੁਸੀਂ ਖੜ ਕੇ ਜਾ ਕੇ ਇਸ ਪੁਆਇੰਟ ਤੋਂ ਸਾਹਮਣੇ ਦੇਖੋ ਤਾਂ ਕੀ ਹੈ, ਪਰਪੈਂਡੀਕੂਲਰ। ਇਹ ਪਰਪੈਂਡੀਕੂਲਰ ਪਹਿਲੇ ਸੀਗਾ ਤੇ ਹੁਣ ਵੀ ਪਰਪੈਂਡੀਕੂਲਰ ਹੀ ਰਹੇਗਾ ਜੇ ਤੁਹਾਨੂੰ ਨੇ sin C ਕਿਹਾ। ਪਰ ਜਦੋਂ ਨੇ ਤੁਹਾਨੂੰ sin A ਕਿਹਾ ਤਾਂ ਉਸਦੇ ਆਪੋਜ਼ਿਟ ਕੀ ਸੀਗਾ, ਬੇਸ। ਤਾਂ ਬੇਸ ਜਿਹੜਾ ਚੇਂਜ ਹੋ ਜਾਏਗਾ ਪਰਪੈਂਡੀਕੂਲਰ ਦੇ ਵਿੱਚ। ਠੀਕ ਹੈ, ਸੋ ਇੱਥੇ P ਕੀ ਬਣ ਗਿਆ ਸਾਡੇ ਕੋਲ BC, ਔਰ H ਹਮੇਸ਼ਾ ਇਹੀ ਰਹੇਗਾ, H ਦੀ ਵੈਲਿਊ ਕਦੇ ਚੇਂਜ ਨਹੀਂ ਹੁੰਦੀ, AC। ਤਾਂ ਇਸ ਦਾ ਫਾਈਨਲ ਆਨਸਰ ਕੀ ਹੋਏਗਾ ਸਾਡੇ ਕੋਲ BC ਅਪੋਨ AC, ਆਪਸ਼ਨ ਨੰਬਰ C। 11th क्वेश्चन है साढ़े सामने, व्हाट विल बी द रेशियो ऑफ द सरफेस एरिया ऑफ स्फीयर एंड द वॉल्यूम ऑफ स्फीयर। देखो रेशियो ਕੱਢਣ ਦੇ ਲਈ ਅਸੀਂ ਕੀ ਕਰਦੇ ਹੁੰਦੇ ਆ, ਸਰਫੇਸ ਏਰੀਆ ਆਫ ਸਫੀਅਰ ਇਸ ਦੀ ਵੈਲਿਊ ਅਸੀਂ ਉੱਪਰ ਰੱਖਾਂਗੇ ਅਪੋਨ ਦੇ ਵਿੱਚ ਵੋਲੀਅਮ ਆਫ ਦਾ ਸਫੀਅਰ। ਠੀਕ ਹੈ ਜੀ, ਸਰਫੇਸ ਏਰੀਆ ਆਫ ਸਫੀਅਰ ਦਾ ਫਾਰਮੂਲਾ ਕੀ ਹੁੰਦਾ ਸਾਡੇ ਕੋਲ 4 ਪਾਈ r ਸਕੁਅਰ, ਵੋਲੀਅਮ ਆਫ ਸਫੀਅਰ ਦਾ ਹੁੰਦਾ 4.3 ਪਾਈ r ਕਿਊਬ। इसनू इसी तरीके ਨਾਲ ਸੋਲਵ ਕਰਨ ਲਈ ਦੇਖੋ ਅਸੀਂ ਕੀ ਕਰਾਂਗੇ, 4 ਮਲਟੀਪਲਾਈ ਪਾਈ ਮਲਟੀਪਲਾਈ r ਦਾ ਸਕੁਅਰ ਹੈ, ਤਾਂ ਇਟ ਮੀਨਸ ਕੀ ਹੈ ਕਿ r ਦੀ ਵੈਲਿਊ ਅਸੀਂ ਦੋ ਵਾਰੀ ਲਿਖਾਂਗੇ, r ਮਲਟੀਪਲਾਈ r, ਨੀਚੇ ਕੀ ਹੈ 4.3 ਮਲਟੀਪਲਾਈ ਪਾਈ ਮਲਟੀਪਲਾਈ r ਦੀ ਵੈਲਿਊ 3, r ਨੂੰ ਤਿੰਨ ਵਾਰੀ ਅਸੀਂ ਮਲਟੀਪਲਾਈ ਪਾ ਕੇ ਲਿਖ ਲੈਣਾ। ਫਿਰ ਦੇਖੋ ਪਾਈ ਨਾਲ ਪਾਈ ਦੀ ਕਟਿੰਗ ਕਰਤੀ, r ਨਾਲ r ਕੱਟ ਗਿਆ, r ਨਾਲ r ਕੱਟ ਗਿਆ। ਹੁਣ ਇੱਥੇ ਕੀ ਰਹਿ ਗਿਆ ਸਾਡੇ ਕੋਲ 4 ਅਪੋਨ 4.3r। ਹੁਣ ਇਸ ਨੂੰ ਦੇਖੋ ਕਿਵੇਂ ਸੋਲਵ ਕਰਨਾ ਹੈ, ਤੁਸੀਂ ਇਹ ਨਿਊਮੈਰੀਕਲ ਵੈਲਿਊ ਦੇਖਣੀ ਹੈ। ਪਹਿਲਾਂ ਦੇਖੋ 4 ਉੱਪਰ ਵਾਲਾ ਮਲਟੀਪਲਾਈ, ਜਦੋਂ ਇਹ ਉੱਪਰ ਆਏਗਾ ਇਹ ਵੈਲਿਊ ਉੱਪਰ ਆਏਗੀ ਤਾਂ ਫਿਰ ਕੀ ਹੋਊਗਾ, ਇਹ ਰੈਸਿਪਰੋਕਲ ਹੋकर ਆਏਗੀ ਸਾਡੇ ਕੋਲ 3/4। ਠੀਕ ਹੈ ਜੀ, ਮਲਟੀਪਲਾਈ r ਨੀਚੇ ਹੀ ਹੈ। ਹੁਣ ਇਹਦੇ ਵਿੱਚ r ਦੇ ਨੀਚੇ ਕੀ ਹੈ ਦੇਖੋ 1, ਤਾਂ ਇਹ ਵੀ ਰੈਸਿਪਰੋਕਲ ਹੋ ਕੇ ਆਏਗਾ, ਤਾਂ ਕੀ ਹੋ ਗਿਆ 1/r। 4 ਨਾਲ 4 ਕਟਿੰਗ ਹੋਗੀ, ਦੇਖੋ 3 ਮਲਟੀਪਲਾਈ 1 3/r। ਤਾਂ ਇਸ ਨੂੰ ਰੇਸ਼ੋ ਅਸੀਂ ਕਿਵੇਂ ਲਿਖ ਸਕਦੇ ਹਾਂ, 3/r। ਠੀਕ ਹੈ ਜੀ, ਤਾਂ ਇਹਦਾ ਆਨਸਰ ਹੋ ਜਾਏਗਾ ਸਾਡੇ ਕੋਲ ਫਸਟ ਆਪਸ਼ਨ ਦੇਖੋ 3/r। 12ਵਾਂ ਕੁਐਸਚਨ ਹੈ ਸਾਡੇ ਸਾਹਮਣੇ, ਵਿਚ ਆਫ ਦਾ ਫੋਲੋਇੰਗ ਫਿਗਰਸ ਰਿਪਰੈਜ਼ੈਂਟ ਦਾ ਟੈਂਜੈਂਟ ਲਾਈਨ ਆਫ ਅ ਸਰਕਲ। ਕਹਿੰਦਾ ਕਿਹੜੀ ਐਸੀ ਫਿਗਰ ਹੈ ਜਿਹੜੀ ਰਿਪਰੈਜ਼ੈਂਟ ਕਰਦੀ ਹੈ ਕਿ ਟੈਂਜੈਂਟ ਲਾਈਨ ਹੈ। ਇਹ ਸਾਡੇ ਕੋਲ ਇੱਕ ਮੰਨ ਲਓ ਪੁਆਇੰਟ ਲੱਗਿਆ, ਜਦੋਂ ਵੀ ਕੋਈ ਲਾਈਨ ਦੇਖੋ ਇੱਥੇ ਬਾਹਰੋਂ ਇਸ ਨੂੰ ਟੱਚ ਹੋ ਕੇ ਜਾਂਦੀ ਹੈ ਤਾਂ ਇਸ ਨੂੰ ਅਸੀਂ ਕੀ ਕਹਿ ਦਿੰਦੇ ਆ, ਟੈਂਜੈਂਟ। ਠੀਕ ਹੈ ਜੀ, ਔਰ ਜਦੋਂ ਵੀ ਕੋਈ ਲਾਈਨ ਇਸ ਤਰ੍ਹਾਂ ਕਰਕੇ ਕੱਟ ਹੋ ਕੇ ਸਰਕਲ ਨੂੰ ਜਾਂਦੀ ਹੈ ਔਰ ਦੋ ਪੁਆਇੰਟ ਤੇ ਦੇਖੋ ਕੱਟਦੀ ਹੈ, ਫਿਰ ਇਸ ਨੂੰ ਅਸੀਂ ਕਹਿ ਦਿੰਦੇ ਆ ਸੀਕੈਂਟ। ਸਿੰਪਲ ਤੁਸੀਂ ਨੋਟ ਕਰ ਲਓ, ਦੇਖੋ 1 ਪੁਆਇੰਟ ਹੈ, ਠੀਕ ਹੈ, ਫਿਰ ਅਸੀਂ ਕਵਾਂਗੇ ਟੈਂਜੈਂਟ, ਔਰ ਜੇ 2 ਪੁਆਇੰਟ ਹੈ ਫਿਰ ਅਸੀਂ ਕਵਾਂਗੇ ਸੀਕੈਂਟ। ਠੀਕ ਹੈ ਜੀ, ਕਈ ਵਾਰੀ ਉਹ ਕਹਿ ਦਿੰਦਾ ਦੇਖੋ ਵੀ ਇੱਕ ਸਰਕਲ ਹੈ ਤੇ ਬਾਹਰੋਂ ਜਿਹੜਾ ਕੋਈ ਪੁਆਇੰਟ ਲੱਗਿਆ ਹੋਇਆ ਤਾਂ ਇਸ ਨੂੰ ਅਸੀਂ ਕੀ ਕਹਿ ਦਿੰਦੇ ਆ, ਐਕਸਟਰਨਲ ਪੁਆਇੰਟ। ਬਾਹਰ ਮੀਨਸ ਐਕਸਟਰਨਲ। ਔਰ ਇੱਥੋਂ ਕਿੰਨੀਆਂ ਟੈਂਜੈਂਟ ਕੱਟ ਹੋ ਸਕਦੀਆਂ ਤਾਂ ਅਸੀਂ ਆਨਸਰ ਦੇ ਸਕਦੇ ਹਾਂ, ਦੇਖੋ ਇਹ ਇੱਕ ਇੱਥੋਂ ਅਸੀਂ ਕੱਟ ਕਰਤੀ ਔਰ ਇੱਕ ਇੱਥੋਂ ਇਸ ਨੂੰ ਕੱਟ ਕਰਤਾ। ਇਟ ਮੀਨਸ ਕੀ ਹੈ, ਜਿਹੜਾ ਬਾਹਰੋਂ ਕੋਈ ਐਕਸਟਰਨਲ ਪੁਆਇੰਟ ਹੈ ਉੱਥੋਂ ਕਿੰਨੀਆਂ ਲਾਈਨਸ ਕੱਟ ਹੋ ਸਕਦੀਆਂ, 2। ਦੇਖੋ 2 ਲਾਈਨਾਂ ਕੱਟੀਆਂ ਤਾਂ ਅਸੀਂ ਕਹਿ ਸਕਦੇ ਹਾਂ ਕਿ 2 ਟੈਂਜੈਂਟਸ ਜਿਹੜੀਆਂ ਇਹ ਬਾਹਰੋਂ ਕੱਟੀਆਂ ਜਾਂਦੀਆਂ। ਦੇਖੋ ਸਿੰਪਲ ਹੈ। ਹੁਣ ਇਸ ਕੁਐਸਚਨ ਕੀ ਕਹਿ ਰਿਹਾ, ਉਹ ਰਿਪਰੈਜ਼ੈਂਟ ਦਾ ਟੈਂਜੈਂਟ ਲਾਈਨ ਆਫ ਅ ਸਰਕਲ। ਕਿਹੜੀ ਐਸੀ ਲਾਈਨ ਹੈ ਜਿਹੜੀ ਉਹ ਟੈਂਜੈਂਟ ਨੂੰ ਸਾਨੂੰ ਸ਼ੋ ਕਰਦੀ ਹੈ, ਤਾਂ ਦੇਖੋ ਇਹ ਕੀ ਹੈ, ਸੀ ਫਿਗਰ ਦੇ ਧਿਆਨ ਨਾਲ ਦੇਖੋ, ਇੱਥੇ ਕੀ ਹੈ, ਜਿਹੜੇ ਸਰਕਲ ਬਣਿਆ ਹੋਇਆ ਉਹ ਲਾਈਨ ਜਿਹੜੀ ਬਾਹਰ ਉਸ ਨੂੰ ਟੱਚ ਕਰਕੇ ਜਾ ਰਹੀ ਹੈ। ਇਟ ਮੀਨਸ ਕੀ ਆ, ਇਹ ਜਿਹੜੀ ਫਿਗਰ ਹੈ ਇਹ ਟੈਂਜੈਂਟ ਨੂੰ ਸ਼ੋ ਕਰ ਰਹੀ ਹੈ। 13 ਕੁਐਸਚਨ ਆ ਸਾਡੇ ਕੋਲ, ਚੂਜ਼ ਦਾ ਕਰੈਕਟ ਸਟੇਟਮੈਂਟ ਫਰੋਮ ਦਾ ਫੋਲੋਡ ਬਾय ਦਾ ਸਟੱਡਿੰਗ ਦਾ ਡਾਇਗਰਾਮ। ਕਹਿੰਦੇ ਤੁਸੀਂ ਇਸ ਡਾਇਗਰਾਮ ਨੂੰ ਸਟੱਡੀ ਕਰੋ, ਸਾਨੂੰ ਤੇ ਉਹ ਸਹੀ ਆਨਸਰ ਦੱਸੋ। ਤੁਸੀਂ ਇਸ ਨੂੰ ਦੇਖਣਾ, ਦੇਖੋ ਇਸ ਟ੍ਰਾਇੰਗਲ ਦੇ ਵਿੱਚ ਪਹਿਲਾਂ ਤਾਂ ਦੇਖੋ 2 ਐਂਗਲ ਦਿੱਤੇ ਨੇ, ਪਹਿਲਾਂ ਅਸੀਂ ਥਰਡ ਐਂਗਲ ਜਿਹੜਾ ਇਹ C ਹੈ ਇਹ ਇਸ ਨੂੰ ਫਾਈਂਡ ਕਰਾਂਗੇ। ਅਸੀਂ ਉਸ ਨੂੰ ਫਾਈਂਡ ਕਰਨ ਲਈ ਅਸੀਂ ਲਿਖਾਂਗੇ, ਦੇਖੋ ਨਾਓ ਟ੍ਰਾਇੰਗਲ ABC, ਐਂਗਲ A ਪਲੱਸ ਐਂਗਲ B ਪਲੱਸ ਐਂਗਲ C ਇਜ਼ ਇਕੁਅਲ ਟੂ 180 ਡਿਗਰੀ। 180 ਡਿਗਰੀ ਦੇ ਕਿਉਂ ਹੁੰਦੇ ਆ ਇਹ, ਇਸ ਨੂੰ ਅਸੀਂ ਕਹਿ ਦਿੰਦੇ ਆ ਐਂਗਲ ਸਮ ਪ੍ਰੋਪਰਟੀ। ਠੀਕ ਹੈ, ਐਂਗਲ ਸਮ ਪ੍ਰੋਪਰਟੀ ਕੀ ਹੁੰਦਾ ਕਿ ਤਿੰਨੋਂ ਐਂਗਲ ਦਾ ਸਮ ਜਿਹੜਾ 180 ਡਿਗਰੀ ਦੇ ਇਕੁਅਲ ਹੁੰਦਾ। ਹੁਣ ਦੇਖੋ ਐਂਗਲ A ਦੀ ਵੈਲਿਊ ਸਾਡੇ ਕੋਲ ਹੈਗੀ ਆ 80 ਡਿਗਰੀ, ਐਂਗਲ B ਦੀ ਵੈਲਿਊ ਸਾਡੇ ਕੋਲ ਹੈ 60 ਡਿਗਰੀ ਪਲੱਸ ਐਂਗਲ C ਸਾਨੂੰ ਪਤਾ ਨਹੀਂ ਇਜ਼ ਇਕੁਅਲ ਟੂ 180 ਡਿਗਰੀ, ਔਰ ਇਸ ਨੂੰ ਅਸੀਂ ਪਲੱਸ ਕਰ ਦਾਂਗੇ 140 ਡਿਗਰੀ ਪਲੱਸ ਐਂਗਲ C ਇਜ਼ ਇਕੁਅਲ ਟੂ 180, ਐਂਗਲ C ਇੱਥੇ ਰਹਿ ਜਾਏਗਾ ਇਜ਼ ਇਕੁਅਲ ਟੂ 180 ਮਾਈਨਸ ਇਹ ਜਿਹੜੀ 140 ਹੈ ਇਸ ਨੂੰ ਅਸੀਂ ਰਾਈਟ ਸਾਈਡ ਤੇ ਲੈ ਜਾਵਾਂਗੇ, ਉਰੇ ਜਾ ਕੇ ਉਸ ਸਾਈਡ ਮਾਈਨਸ ਹੋ ਜਾਏਗਾ, ਐਂਗਲ C ਇਜ਼ ਇਕੁਅਲ ਟੂ ਆਨਸਰ ਆ ਜਾਏਗਾ ਸਾਡੇ ਕੋਲ 40 ਡਿਗਰੀ। ਠੀਕ ਹੈ, ਹੁਣ ਸਾਨੂੰ ਇਹ ਪਤਾ ਲੱਗ ਗਿਆ ਵੀ ਜਿਹੜਾ ਐਂਗਲ C ਹੈ ਇਹ ਸਾਡੇ ਕੋਲ ਕਿੰਨਾ ਜੀ
40 डिग्री है। ਹੁਣ ਇਸ ਨੂੰ ਅਸੀਂ ਪ੍ਰੋਪੋਰਸ਼ਨਲ ਦੇ ਵਿੱਚ ਅਸੀਂ ਸੋਲਵ ਕਰ ਸਕਦੇ ਹਾਂ। ਪ੍ਰੋਪੋਰਸ਼ਨਲ ਸੋਲਵ ਲਈ ਅਸੀਂ ਕੀ ਕਰਾਂਗੇ, ਅਸੀਂ ਲਿਖਾਂਗੇ ਦੇਖੋ AB upon RQ। ਹੁਣ ਦੇਖੋ ਸਟੂਡੈਂਟ ਇੱਥੇ ਤੁਸੀਂ ਇਹ ਗੱਲ ਤੇ ਕਨਫਿਊਜ਼ ਨਹੀਂ ਹੋਣਾ। ਹੁਣ ਦੇਖੋ ਇਹ AB ਹੈ, ਠੀਕ ਹੈ ਜੀ, ਇਹ ਸਾਡੇ ਕੋਲ RQ ਹੈ। ਲੈ ਤੁਸੀਂ ਕੋਈ ਵੀ ਸਕਦੇ ਹੋ, AB upon ਤੁਸੀਂ RP ਵੀ ਲੈ ਸਕਦੇ ਸੀਗੇ, ਪਰ ਅਸੀਂ RQ ਹੀ ਕਿਉਂ ਲਿਆ, ਕਿਉਂਕਿ ਦੇਖੋ ਪ੍ਰਪੋਰਸ਼ਨ ਨੂੰ ਜਦੋਂ ਕੋਈ ਵੈਲਿਊਜ਼ ਹੁੰਦੀਆਂ ਉਸ ਨੂੰ ਕੱਟਣਾ ਹੁੰਦਾ ਕਈ ਵਾਰ ਅਸੀਂ, ਠੀਕ ਹੈ। ਫਿਰ ਅਸੀਂ ਕਿਵੇਂ ਦੇਖਦੇ ਹਾਂ, ਦੇਖੋ 3.8 ਹੈ, ਇਸ ਨੂੰ ਤੁਸੀਂ ਇਸ ਤਰੀਕੇ ਆਹ ਵੈਲਿਊ ਦੇ ਨਾਲ ਕੱਟ ਸਕਦੇ ਹੋ। ਇਹ ਪੁਆਇੰਟ ਵਾਲੀ ਹੈ, ਇਹ ਵੀ ਪੁਆਇੰਟ ਵਾਲੀ ਹੈ, ਇਸ ਕਰਕੇ ਇਸ ਵੈਲਿਊ ਨੂੰ ਅਸੀਂ ਲੈ ਸਕਦੇ ਹਾਂ। तो AB अपॉन RQ ਇਸ ਦੀ ਵੈਲਿਊ ਹੋਗੀ ਸਾਡੇ ਕੋਲ ਦੇਖੋ 3.8 अपॉन 7.6। ਇਹਦੀ ਅਸੀਂ ਕਟਿੰਗ ਕਰ ਦਾਂਗੇ, ਪੁਆਇੰਟ ਨੂੰ ਭੁੱਲ ਜਾਓ ਤੁਸੀਂ, 31 ਦਾ 13 ਦਾ 1/2 ਜਿਹੜਾ ਇਹਦਾ ਆਨਸਰ ਆ ਜਾਏਗਾ, ਠੀਕ ਹੈ। ਔਰ ਸੈਕਿੰਡ ਦੇ ਵਿੱਚ ਕੀ ਆਏਗਾ ਸਾਡੇ ਕੋਲ BC अपॉन QP इज इक्वल टू, ਹੁਣ BC ਦੀ ਵੈਲਿਊ ਸਾਡੇ ਕੋਲ 6, ਦੇਖੋ ਸਾਡੇ ਕੋਲ 6 ਲਿਖੀ ਹੋਈ ਹੈ, ਔਰ PQ ਦੀ ਵੈਲਿਊ ਜਾਂ QP ਦੀ ਵੈਲਿਊ ਸਾਡੇ ਕੋਲ ਕਿੰਨੀ ਹੈ 12, ਉਹ 12 ਲਿਖ ਦਾਂਗੇ, ਇਸ ਦੀ ਕਟਿੰਗ ਕਰ ਦਾਂਗੇ 6 ਦਾ 6 ਦਾ ਆਨਸਰ ਆ ਜਾਏਗਾ ਸਾਡੇ ਕੋਲ 1/2। ਐਕਸਰਸਾਈਜ਼ ਦੇਖਾਂਗੇ, ਦੇਖੋ AC अपॉन PR, AC ਦੀ ਵੈਲਿਊ ਸਾਡੇ ਕੋਲ 3√3 अपॉन 6√3। ਇਸ ਨੂੰ ਤੁਸੀਂ ਦੇਖੋ √3 ਨੂੰ √3 ਕਟਿੰਗ ਹੋ ਗਈ, 3 ਦਾ 3 ਦਾ। ਦੇਖੋ ਸਟੂਡੈਂਟ ਇਹ रूट वाले क्वेश्चन ਜਿਹੜੇ ਨੇ, ਇਸ रूट ਤੇ ਮੈਂ ਇੱਕ ਵੀਡੀਓ ਬਣਾਈ ਹੋਈ ਹੈ, रूट ਦਾ ਜਬ, ਉਸ ਦਾ ਥੰਬਨੇਲ ਹੈ, ਤੁਸੀਂ ਮੇਰੀ ਵੀਡੀਓ ਜਾ ਕੇ ਦੇਖ ਸਕਦੇ ਹੋ। ਉਸ ਦਾ ਲਿੰਕ ਜਿਹੜਾ ਮੈਂ ਉੱਪਰ ਤੁਹਾਨੂੰ ਆਈ ਬਟਨ ਤੇ ਦਿੱਤਾ ਹੋਇਆ, ਤੁਸੀਂ ਉੱਤੇ ਕਲਿੱਕ ਕਰਕੇ ਮੇਰੀ ਵੀਡੀਓ ਦੇਖ ਸਕਦੇ ਹੋ, ਤਾਂ ਜੋ ਤੁਹਾਨੂੰ रूट ਵਾਲੇ क्वेश्चन ਜਿਹੜੇ ਨੇ ਚੰਗੀ ਤਰ੍ਹਾਂ ਸਮਝ ਆ ਜਾਣ। ਹੁਣ ਦੇਖੋ ਇੱਥੇ ਇਸ ਦਾ ਆਨਸਰ ਕੀ ਆ ਗਿਆ ਸਾਡੇ ਕੋਲ 1/2। ਹੁਣ ਇਟ ਮੀਨਸ ਕੀ ਹੋਇਆ, ਦੇਖੋ ਤਿੰਨਾਂ ਦਾ ਆਨਸਰ ਸਾਡੇ ਕੋਲ ਸੇਮ ਆ ਰਿਹਾ। ਇਟ ਮੀਨਸ ਕੀ ਹੋਇਆ, ਅਸੀਂ ਲਿਖ ਸਕਦੇ ਹਾਂ AB अपॉन RQ इक्वल BC अपॉन QP इक्वल AC अपॉन PR, ठीक है जी। ਇਹ ਤਿੰਨੋਂ ਜਿਹੜੀਆਂ ਸਾਡੇ ਸਾਈਡ ਨੇ ਉਹ ਇਕੁਅਲ ਹੋ ਗਈਆਂ। ਇਸ ਦਾ ਮਤਲਬ ਕੀ ਹੋਇਆ, ਇਹ ਸਾਈਡ ਪ੍ਰਪੋਰਸ਼ਨਲ ਹੋ ਗਈਆਂ ਸਾਡੇ ਕੋਲ। ਸਾਈਡ ਪ੍ਰਪੋਰਸ਼ਨਲ ਹੁੰਦੀਆਂ, ਜਦੋਂ ਸਾਈਡ ਪ੍ਰਪੋਰਸ਼ਨਲ ਹੋ ਜਾਂਦੀਆਂ ਤਾਂ ਸਾਡੇ ਕੋਲ ਕੀ ਹੋ ਜਾਂਦਾ, ਜਿਹੜੇ ਐਂਗਲ ਨੇ ਉਹ ਇਕੁਅਲ ਹੋ ਜਾਂਦੇ ਆ, ਸਿਮਿਲਰ ਹੋ ਜਾਂਦੇ ਆ। देयरफॉर ट्रायंगल ABC सिमिलर ट्रायंगल PQR, ठीक है, बाय SSS, ठीक है जी। फिर अगे नीचे देयरफॉर एंगल P इक्वल एंगल C, ये किस तरह हो गया, बाय CPCT। नेक्स्ट क्वेश्चन है साढ़े सामने, द विकेट्स टेकन बाय अ बॉलर इन 10 क्रिकेट मैचेस आर एज फॉलो, फाइंड मोड। मोड कटन लिए देखो असं की देते हैं, मोड इज इक्वल टू रिपीटेड मोस्ट टाइम वैल्यू, ठीक है जी। ਜਿਹੜਾ ਵੀ ਕੋਈ ਡਿਜਿਟ ਹੈਗਾ ਉਹ ਮੋਸਟ ਟਾਈਮ ਦੇਖੋ ਰਿਪੀਟ ਹੋ ਰਿਹਾ, ਜਿਵੇਂ ਇਸ ਕੁਐਸਚਨ ਦੇਖੋ 2 2 2 2 ਜਿਹੜਾ ਬਾਰ-ਬਾਰ ਰਿਪੀਟ ਹੋ ਰਿਹਾ, ਇਸ ਕਰਕੇ ਇਹਦਾ ਆਨਸਰ ਕੀ ਹੋਗਾ ਸਾਡੇ ਕੋਲ 2। तो मोड आ गया साढ़े को 2 आंसर, ठीक है जी। 15 क्वेश्चन है साढ़े को, प्रोबेबिलिटी ऑफ एन इम्पॉसिबल इवेंट इज, देखो प्रोबेबिलिटी ऑफ इम्पॉसिबल दी, इम्पॉसिबल इवेंट दी हुंदी है 0, ठीक है। इसकी प्रोबेबिलिटी मीन संभावना, भी संभावना इम्पॉसिबल इवेंट की होगी 0। जो साढ़े को आ जाता प्रोबेबिलिटी ऑफ श्योर इवेंट, भी इवेंट होया, घटना हुई, उसकी घटना की संभावना होने की की है, फिर आ जाता साढ़े को 1। ਜੇ ਸਾਡੇ ਕੋਲ श्योर की गल हुई देखो तो तुसी 1 लगाना, और जो साढ़े कोल इम्पॉसिबल की गल हुई तो तुसी की लगाना 0। इस दे नाल एक होर देख लो, साढ़े कोल की हुंदा है प्रोबेबिलिटी ऑफ E प्लस प्रोबेबिलिटी ऑफ नॉट E, ठीक है। इसका भी की हुंदा साढ़े कोल 1, ये भी तुसी याद रखना। तो इत्थे इसदा आंसर की होया साढ़े कोल जिहड़ा देखना इम्पॉसिबल इवेंट दा 0, तो ऑप्शन C। 16 क्वेश्चन है साढ़े कोल, if the perimeter and the area of circle are numerically equal then the radius of the circle is। ਹੁਣ ਦੇਖੋ क्वेश्चन ਕੀ ਕਹਿ ਰਿਹਾ ਕਿ ਜੇ perimeter and the area of circle ਇਹ ਦੋਨੋਂ equal ਨੇ ਤਾਂ radius of the circle ਕੀ ਹੋਏਗਾ। ਦੇਖੋ ਅਸੀਂ ਲਿਖਾਂਗੇ perimeter of circle equal ਕਿਸ ਦੇ ਹੈ ਜੀ, area of circle, ਠੀਕ ਹੈ। ਹੁਣ perimeter of circle ਕੀ ਹੁੰਦਾ ਸਾਡੇ ਕੋਲ 2 pi r, area of circle ਕੀ ਹੁੰਦਾ पाई आर स्केयर, ठीक है। हुण 2 पाई, हुण इस पाई नूं असीं नीचे लियावांगे इत्थे, पाई इज इक्वल टू आर स्केयर, और इस आर नूं असीं दूजी साइड नीचे ले जाएंगे, ठीक है। इत्थे रह जाएगा आर, तो पाई नाल देखो पाई कट्टिया गया, इत्थे रह गया 2 इज इक्वल टू आर स्केयर मीनस आर मल्टीप्लाई आर, नीचे 1 आ रहा है,
1 r ਨਾਲ 1 r ਕੱਟਿਆ ਗਿਆ 2 ਇਜ਼ ਇਕੁਅਲ ਟੂ r। ਸੋ r ਦੀ ਵੈਲਿਊ ਸਾਡੇ ਕੋਲ ਕੀ ਆ ਗਈ ਦੇਖੋ ਸਿੰਪਲ ਸੀਗਾ ਕੁਐਸਚਨ r ਦੀ ਵੈਲਿਊ ਆ ਗਈ ਸਾਡੇ ਕੋਲ 2। ਇੱਥੇ ਆਨਸਰ ਦੇਖੋ ਕਿਤੇ ਆ 2 ਯੂਨਿਟ। ਇਹ ਆਪਸ਼ਨ ਇਜ਼ ਦਾ ਆਨਸਰ। ਦੇਖੋ ਸਾਡੇ ਕੋਲ ਅੱਗੇ ਹੁਣ ਸਟਾਰਟ ਹੋ ਗਏ ਟਰੂ ਫਾਲਸ ਜਿਸ ਦੇ ਵਿੱਚ ਫਸਟ ਕੁਐਸਚਨ ਹੈ ਸਾਡੇ ਕੋਲ ਦਾ ਇਕੁਏਸ਼ਨ y is equal to -3 is equal to 0 represent a line which is parallel to x axis। ਕਹਿੰਦਾ ਜਿਹੜੀ ਇਹ ਇਕੁਏਸ਼ਨ ਹੈ ਇਹ ਰਿਪਰੈਜ਼ੈਂਟ ਕਰਦੀ ਹੈ ਪੈਰਲਲ ਲਾਈਨ ਤੇ x ਐਕਸਿਸ ਦੇ। ਯੈਸ ਇਸ ਦਾ ਆਨਸਰ ਹੋਏਗਾ ਸਾਡੇ ਕੋਲ ਟਰੂ। ਠੀਕ ਹੈ ਜੀ ਇਸ ਦਾ ਆਨਸਰ ਤੁਸੀਂ ਟਰੂ ਲਿਖਣਾ ਹੈ। ਸੈਕਿੰਡ ਹੈ ਸਾਡੇ ਕੋਲ if ax² + bx + c is equal to 0 has equal root then d greater than 0 क्वेश्चन मार्क। देखो ये ट्रू है या फाल्स है। देखो इसमें समझने ਲਈ देखो ਸਾਡੇ ਕੋਲ ਨਾ d ਦਾ ਫਾਰਮੂਲਾ ਹੁੰਦਾ d = b² - 4ac। ਠੀਕ ਹੈ ਹੁਣ ਦੇਖੋ ਜੇ ਤਾਂ d greater than 0 ਹੁੰਦਾ ਹੈ ਫਿਰ ਕੀ ਹੁੰਦਾ ਹੈ ਫਿਰ ਅਸੀਂ ਦੇਣਾ ਦੇਖੋ 2 ਯੂਨੀਕ ਰੀਅਲ ਰੂਟਸ। ਠੀਕ ਹੈ ਜੀ ਔਰ ਜੇ ਸਾਡੇ ਕੋਲ ਦੇਖੋ d 0 ਦਾ ਮਤਲਬ ਕੀ ਆ ਜਾਂ d greater than ਦਾ ਜਾਂ d less than ਦਾ ਮਤਲਬ ਕੀ ਆ ਵੀ ਜਿਹੜਾ d = ਦਾ ਫਾਰਮੂਲਾ ਹੈ ਇੱਥੇ ਜਦੋਂ ਅਸੀਂ ਵੈਲਿਊ ਪੁੱਟ ਕਰਾਂਗੇ ਤਾਂ ਜਿਹੜਾ ਆਨਸਰ ਆਊਗਾ ਜੇ ਉਹ 0 ਤੋਂ ਵੱਡਾ ਹੋਇਆ ਤਾਂ ਇਹ ਹੋਏਗਾ ਆਨਸਰ ਯਾਨੀ d ਦੀ ਵੈਲਿਊ ਵੱਧ ਗਈ। ਠੀਕ ਹੈ ਜੀ ਉਹ ਜੇ d = 0 ਜੇ 0 ਦੇ ਬਰਾਬਰ ਰਿਹਾ ਤਾਂ ਅਸੀਂ ਕੀ ਲਿਖਾਂਗੇ 2 ਇਕੁਅਲ ਰੂਟਸ। ਠੀਕ ਹੈ d ਲੈਸ ਦੈਨ 0 ਦੇਖੋ ਜੇ 0 ਤੋਂ ਲੈਸ ਆਇਆ ਤਾਂ ਅਸੀਂ ਕੀ ਲਿਖਾਂਗੇ ਨੋ ਰੀਅਲ ਰੂਟ। ਠੀਕ ਹੈ ਲੈਸ ਦੈਨ ਮੀਨਸ ਕੀ ਹੈ ਸਾਡੇ ਕੋਲ ਮਾਈਨਸ ਦੇ ਵਿੱਚ ਆਨਸਰ ਆ ਸਕਦਾ ਤਾਂ ਅਸੀਂ ਕੀ ਲਿਖਾਂਗੇ ਅਸੀਂ ਕਰਾਂਗੇ ਨੋ ਰੀਅਲ ਰੂਟ ਵੀ ਇਸਦਾ ਕੋਈ ਰੂਟਸ ਨਹੀਂ ਹੈ। ਹੁਣ ਦੇਖੋ ਇੱਥੇ ਕੀ ਕਹਿ ਰਿਹਾ ax² + bx + c = 0 ਹੈਜ਼ ਇਕੁਅਲ ਰੂਟ। ਦੇਖੋ ਇਕੁਅਲ ਰੂਟ ਸਾਡੇ ਕੋਲ ਕਦੋਂ ਨਿਕਲਦੇ ਆ ਜਦੋਂ ਸਾਡੇ ਕੋਲ d ਜਿਹੜਾ ਉਹ ਇਕੁਅਲ ਹੁੰਦਾ 0 ਦੇ ਨਾ ਕਿ d ਜਿਹੜਾ ਉਹ ਗ੍ਰੇਟਰ ਦੈਨ ਹੁੰਦਾ 0 ਤੋਂ। ਠੀਕ ਹੈ ਸੋ ਆਨਸਰ ਹੋ ਜਾਏਗਾ ਇਸਦਾ ਫਾਲਸ। ਥਰਡ ਕੁਐਸਚਨ ਹੈ ਸਾਡੇ ਕੋਲ in an AP if n 3 + 4n then its 10th term will be 40। ਦੇਖੋ AP ਵਾਲੇ ਕੁਐਸਚਨ ਨੇ ਇਹ ਵੀ ਤੁਹਾਡੇ ਕੋਲ ਆਣੇ ਹੀ ਆਣੇ ਨੇ। ਉਹ ਇਸਦਾ ਅਸੀਂ ਕਿਵੇਂ ਦੇਖ ਸਕਦੇ ਹਾਂ ਦੇਖੋ ਕੀ ਕਹਿ ਰਿਹਾ an = ਕੀ ਹੈ 4n + 3। ਇਹਨੂੰ ਅਸੀਂ 4n + 3 ਵੀ ਲਿਖ ਸਕਦੇ ਹਾਂ। ਹੁਣ ਇੱਥੇ ਕੀ ਕਰਾਂਗੇ ਪਹਿਲਾਂ ਅਸੀਂ n = 1 ਪੁੱਟ ਕਰਾਂਗੇ। ਹੁਣ ਇਹਦੇ ਨਾਲ ਕੀ ਹੋਇਆ a1 = 4 n ਦੀ ਜਗ੍ਹਾ ਤੇ 1 + 3। ਠੀਕ ਹੈ ਜੀ ਜਿੱਥੇ ਇੱਥੇ n ਹੈ ਉੱਥੇ 1 ਪੁੱਟ ਕਰਾਂਗੇ। ਹੁਣ ਇੱਥੇ ਇਸਦੀ ਵੈਲਿਊ ਸਾਡੇ ਕੋਲ ਨਿਕਲ ਕੇ ਆਏਗੀ a1 ਦੀ 4 1 ਦਾ 4 + 3 = 7 ਤਾਂ a1 ਸਾਡੇ ਕੋਲ ਆ ਗਿਆ 7। ਅਸੀਂ ਕੀ ਕਰ ਰਹੇ ਹਾਂ ਅਸੀਂ AP ਬਣਾ ਰਹੇ ਹਾਂ ਪਹਿਲਾਂ ਫਿਰ ਅਸੀਂ n ਦੀ ਜਗ੍ਹਾ ਪੁੱਟ ਕਰਾਂਗੇ 2 ਯਾਨੀ a2 = 4 ਬ੍ਰੈਕਟ ਦੇ ਵਿੱਚ 2 n ਦੀ ਜਗ੍ਹਾ ਤੇ ਫਿਰ 3 4 2 ਦਾ 8 + 3 ਆਨਸਰ ਆ ਗਿਆ ਸਾਡੇ ਕੋਲ 11 ਯਾਨੀ a2 ਆ ਗਈ ਸਾਡੇ ਕੋਲ 11। ਠੀਕ ਹੈ ਫਿਰ ਅਸੀਂ 3 ਪੁੱਟ ਕਰਾਂਗੇ ਤਾਂ ਕੀ ਆਨਸਰ ਆਏਗਾ a3 = 4 ਬ੍ਰੈਕਟ ਦੇ ਵਿੱਚ 3 + 3 4 3 ਦਾ 12 + 3 = 15 ਤਾਂ ਆਨਸਰ ਆ ਗਿਆ ਸਾਡੇ ਕੋਲ a3 ਦਾ 15। ਹੁਣ ਸਾਡੇ ਕੋਲ ਜਿਹੜੀ AP ਬਣ ਗਈ ਦੇਖੋ 7 11 15 ਔਰ ਲਾਸਟ ਵਿੱਚ ਲਿਖ ਦਾਂਗੇ n। तो ਤੁਸੀਂ ਕੋਈ ਵੀ ਜਦੋਂ ਟਰਮ ਫਾਈਂਡ ਕਰਨੀ ਹੈ ਤਾਂ ਤੁਸੀਂ ਕੀ ਕਰਨਾ ਤੁਸੀਂ ਫਾਰਮੂਲਾ ਲਗਾਉਣਾ an = a + n - 1 ਬਾਹਰ d। ਠੀਕ ਹੈ ਜੀ ਹੁਣ ਅਸੀਂ a10 ਯਾਨੀ 10 ਟਰਮ ਫਾਈਂਡ ਕਰਨੀ ਹੈ ਤਾਂ ਇਸ ਕਰਕੇ ਅਸੀਂ 10 ਲਿਖ ਲਿਆ। ਦੇਖੋ a ਦੀ ਵੈਲਿਊ ਸਾਡੇ ਕੋਲ ਕਿੰਨੀ ਆਈ ਸੀਗੀ ਇਹ a1 ਹੈ ਇਹ a2 ਹੈ ਇਹ a3 ਹੈ। ਠੀਕ ਹੈ ਜੀ a1 ਸਾਡੇ ਕੋਲ ਕਿੰਨਾ ਦੇਖੋ 7 ਪਲੱਸ n ਅਸੀਂ ਲਵਾਂਗੇ ਨੰਬਰ ਆਫ ਜਿੰਨਾ 10 ਜਿਹੜਾ ਸਾਨੂੰ ਲੱਭਣ ਨੂੰ ਕਿਹਾ -1। ਹੁਣ ਅਸੀਂ ਕੀ ਕਰਨਾ d ਮੀਨਸ ਡਿਫਰੈਂਸ। ਹੁਣ ਅਸੀਂ ਕੀ ਕਰਾਂਗੇ a2 - a1। ਠੀਕ ਹੈ a2 ਕਿੰਨੀ ਸਾਡੇ ਕੋਲ 11 -7 ਆਨਸਰ ਆ ਜਾਏਗਾ ਸਾਡੇ ਕੋਲ 4 ਤਾਂ ਇੱਥੇ ਵੈਲਿਊ ਭਰ ਦਾਂਗੇ ਅਸੀਂ 4। ਹੁਣ ਇੱਥੇ ਕੀ ਕਰਾਂਗੇ 7 + 10 - 1 ਆਨਸਰ ਆ ਜਾਏਗਾ ਸਾਡੇ ਕੋਲ 9 × 4। ਦੇਖੋ ਕਈ ਸਟੂਡੈਂਟ ਇੱਥੇ ਬਹੁਤ ਵੱਡੀ ਗਲਤੀ ਕਰਦੇ ਨੇ ਉਹ ਕੀ ਕਰਦੇ ਨੇ ਦੇਖੋ ਜਿਵੇਂ 7 + 9 ਹੈ ਉਹ ਕੀ ਕਰਨਗੇ ਦੇਖੋ ਇਹਨੂੰ ਪਲੱਸ ਕਰ ਦੇਣਗੇ 16 × 4 ਉਹ ਕਹਿ ਦੇਣਗੇ ਸਾਡਾ ਆਨਸਰ ਆ ਗਿਆ ਜੀ 64। ਠੀਕ ਹੈ ਪਰ ਹੁਣ ਆਨਸਰ ਅਸਲ ਦੇ ਵਿੱਚ ਕੀ ਆਉਣਾ ਚਾਹੀਦਾ ਤੁਹਾਨੂੰ ਯਾਦ ਹੋਣਾ ਚਾਹੀਦਾ ਇੱਥੇ ਬੋਰਡੋ ਮਾਸ। इसदे विच असीं की देखना होंदा देखो ये उपर वाला कोई नहीं ब्रैकेट इसदा मतलब की होंदा ब्रैकेट ओपन नीचे की है साडे कोल डिवाइड फिर मल्टीप्लाई ऐड सबट्रैक्ट। ठीक है असीं इस रूल के अकॉर्डिंग चलना होंदा देखो। ठीक है जे तुहाडे कोल क्वेश्चन आ गया इस तरह दे तुसीं की करोगे देखो इत्थे की है सब तो पहला की आ रहा साडे कोल डिवाइड हुण डिवाइड दा क्वेश्चन है नहीं फिर की उस तो बाद मल्टीप्लाई यानी असीं पहला इस मल्टीप्लाई नूं सॉल्व करांगे साडे कोल आंसर आएगा 36। फिर की लिखिया उन्हें ऐड देखो जी ऐड है ऐड हैगा साडे कोल देखो फिर असीं की करांगे ऐड
ਕਿੰਨਾ 7 प्लस, ठीक है। इसमें ਅਸੀਂ ਹੁਣ ਆਨਸਰ ਕੀ ਆਏਗਾ ਸਾਡੇ ਕੋਲ 43। ਦੇਖੋ ਇਹ ਆਨਸਰ ਆਣਾ ਸੀ ਸਾਡੇ ਕੋਲ। ਹੁਣ ਕਈ ਸਟੂਡੈਂਟ ਕੀ ਕਰ ਦੇਣਗੇ 64, ਜਿਹੜਾ ਕਿ ਉਹ ਗਲਤ ਹੋ ਜਾਏਗਾ। ਸੋ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ। ਇਸ ਰੂਲ ਦੇ ਨਾਲ ਤੁਸੀਂ ਅਕੋਰਡਿੰਗ ਇਸ ਨੂੰ ਸੋਲਵ ਕਰਨਾ ਹੈ, ਇਸ ਤਰੀਕੇ ਦੇ ਕੁਐਸਚਨ ਨੂੰ। ਸੋ ਇਸ ਦਾ ਆਨਸਰ ਕੀ ਹੋ ਜਾਏਗਾ ਸਾਡੇ ਕੋਲ, ਟਰੂ ਜਾਂ ਫਾਲਸ। ਦੇਖੋ ਆਨਸਰ ਆਇਆ ਸੀ ਸਾਡੇ ਕੋਲ 43, ਤਾਂ ਆਨਸਰ ਇੱਥੇ ਕੀ ਕਹਿ ਰਿਹਾ 40, ਤਾਂ ਆਨਸਰ ਕੀ ਹੋ ਜਾਏਗਾ ਸਾਡੇ ਕੋਲ ਫਾਲਸ। फोर्थ क्वेश्चन है साडे कोल, द डिस्टेंस ऑफ द पॉइंट P34 फ्रॉम द ओरिजिन इज 5 यूनिट। हुण देखो की आंदा ओरिजिन मीनस, देखो जिवें डायग्राम होंदी साडे कोल, ये जिहड़ा पॉइंट है इसनूं असीं कह दिंदे आ ओरिजिन, ठीक है जी। जिहड़ा P3 एंड 4 है, जिहड़ी पहली वैल्यू हमेशा किहड़ी हुंदी है x दी, सैकंड वैल्यू हुंदी है हमेशा y दी। ਉਹ ਕੀ ਕਹਿ ਰਿਹਾ डिस्टेंस ऑफ द पॉइंट। ਤਾਂ ਤੁਹਾਨੂੰ ਯਾਦ ਹੋਣਾ ਸਾਡੇ ਕੋਲ 7 ਚੈਪਟਰ ਹੈ ਜਿੱਥੇ ਅਸੀਂ डिस्टेंस फार्मूला ਕੀਤਾ ਹੋਇਆ है, डिस्टेंस फार्मूला, ठीक है। डिस्टेंस फार्मूला की होंदा साडे कोल, रूट दे विच x2 माइनस x1 ये ब्रैकेट दे विच है, इस दा स्केयर होल स्केयर हो जाएगा बाहर, प्लस y2 माइनस y1 इस दा होल स्केयर हो जाएगा, ठीक है। हुण असीं वैल्यूज किहड़ा लैणी है, देखो पहला लवांगे असीं 0,0, ये होगी साडे कोल पहली x एंड दूजी होगी y दी, फिर असीं लगावांगे 3 एंड 4, ये होगी साडे कोल x दी, ये होगी y दी, ठीक है। इसमें ਅਸੀਂ मान लेना x1 ये y1 ये x2 ये y2, ठीक है। इस वैल्यू ਨੂੰ ਅਸੀਂ ਸਿੰਪਲ ਇਹਦੇ ਵਿੱਚ ਲਿਆ ਕੇ ਪੁੱਟ ਕਰ ਦਾਂਗੇ। ਦੇਖੋ x2 ਦੀ ਵੈਲਿਊ ਕੀ ਆ ਗਈ ਸਾਡੇ ਕੋਲ 3 ਮਾਈਨਸ x1 ਦੀ ਕੀ ਆ 0, ਇਸ ਨੂੰ ਬ੍ਰੈਕਟ ਪਾਵਾਂਗੇ, ਇਸ ਦਾ ਸਕੁਅਰ ਪਲਸ y2 ਦੀ ਵੈਲਿਊ ਕੀ ਆ 4 ਮਾਈਨਸ y1 ਦੀ ਵੈਲਿਊ ਕੀ ਆ 0, 0 ਪਾ ਕੇ ਬਾਹਰ ਸਕੁਅਰ, ठीक है। ਹੁਣ ਸਿੰਪਲ ਹੈ, ਦੇਖੋ 3 ਚੋਂ 0 ਗਏ ਤਾਂ ਆਨਸਰ ਕਿੰਨਾ ਆਏਗਾ ਸਾਡੇ ਕੋਲ 3। ਕਈ ਸਟੂਡੈਂਟਸ ਨੂੰ ਗਲਤੀ ਨਾਲ 0 ਵੀ ਲਿਖ ਦਿੰਦੇ ਨੇ, और इसका ऊपर की पावांगे स्केयर प्लस 4 माइनस 0 4, ऊपर क्या आएगा स्केयर। पहला ਅਸੀਂ स्केयर ਨੂੰ ਸੋਲਵ ਕਰਾਂਗੇ, 3 ਦਾ ਸਕੁਅਰ मतलब 3 ਨੂੰ 3 ਨਾਲ ਮਲਟੀਪਲਾਈ ਕੀਤਾ, ਆਨਸਰ ਆ ਗਿਆ ਸਾਡੇ ਕੋਲ 9 प्लस 4 ਦਾ ਸਕੁਅਰ ਮੀਨਸ 4 4 ਦਾ 16, ਇਸ ਦਾ ਰੂਟ ਦੇ ਵਿੱਚ ਕੀ ਆ ਗਿਆ ਪਲੱਸ ਕਰਕੇ 25। ਹੁਣ ਦੇਖੋ 25 ਦਾ ਰੂਟ ਕੀ ਹੁੰਦਾ ਹੈ, ਰੂਟ ਦਾ ਮਤਲਬ ਕੀ ਹੈ ਕਿ ਕਿਹੜਾ ਐਸਾ ਡਿਜਿਟ ਹੈ ਜਿਸ ਨੂੰ ਉਸ ਨਾਲ ਹੀ ਮਲਟੀਪਲਾਈ ਕਰਨ ਦੇ ਨਾਲ 25 ਆਨਸਰ ਆ ਜਾਏ। देखो इस रूट के क्वेश्चन को होर चंगी तरह समझने के लिए मैं तुहानूं पहला भी दस्सिया, तुसीं मेरी वीडियो देख सकते हो, जिसका जिहड़ा लिंक है मैं उपर आई बटन से फिर दोबारा दे रहा, ठीक है। तुसीं हुण जाके देख सकते हो, वाच कर सकते हो और इस रूट के क्वेश्चनों चंगी तरह सीख सकते हो। हुण इत्थे किहड़ा डिजिट है साडे कोल जिहड़ा उसनूं मल्टीप्लाई करन दे नाल आंसर आ जाएगा 25, तो साडे कोल डिजिट होएगा 5, तो रूट 25 का रूट की होया साडे कोल 5। तो इत्थे की कह रहा है, देखो ओरिजिन इज 5 यूनिट, यस ट्रू, इट इज आंसर आएगा साडे कोल ट्रू। फिफ्थ क्वेश्चन है साडे कोल, sin A इज इक्वल टू 4.34 सम एंगल A। देखो ये क्वेश्चन दे विच की कह रहा, वो ये पूछ रहा तुहानूं कि जिहड़ी असीं वैल्यू लिखी है sin A 4.3 कि 4 परपेंडिकुलर है और h3 है कि ये वैल्यू असीं सही लिखी है। इसनूं समझण लई मैं तुहानूं एक ना एग्जांपल देना। देखो जिवें साडे कोल ये ट्रायंगल बनिया होया राइट ट्रायंगल, ठीक है। ये साडे कोल परपेंडिकुलर 4 है, बेस 3 है एंड हाइपोटेनस 5 है। मैं तुहानूं इत्थे एक पाइथागोरस थ्योरम दे नाल बाय पाइथागोरस थ्योरम किहड़ी हुंदी है साडे कोल h² इज इक्वल टू p² प्लस b²। मैं तुहानूं इत्थे सॉल्व करके दिखाना भी तुहानूं की दसना चाहना। तुसीं को h देखो, h कितनी साडे कोल 5 दा स्क्वायर हो जाएगा, p 4 दा स्क्वायर हो जाएगा, b 3 दा स्क्वायर हो जाएगा, ठीक है। 5 5 दा 25 इज इक्वल टू 4 4 दा 16 प्लस 3 3 दा 9, 25 इज इक्वल टू इसनूं प्लस करांगे आंसर आ जाएगा 25। हुण देखो ਇੱਥੇ ਕੀ ਆਇਆ, ਇਸ ਸਾਈਡ 25, ਦੂਜੀ ਸਾਈਡ ਕੀ ਆਇਆ 25। ਇਟ ਮੀਨਸ ਕੀ ਹੋਇਆ ਕਿ ਜਿਹੜਾ ਸਾਨੂੰ ਇਹ ਪਤਾ ਲੱਗ ਗਿਆ ਇਹ ਰਾਈਟ ਟ੍ਰਾਇੰਗਲ ਹੈ। ਉਹ ਕਿਵੇਂ ਪਤਾ ਲੱਗਿਆ, ਦੇਖੋ ਜਿਹੜਾ ਰਾਈਟ ਟ੍ਰਾਇੰਗਲ ਪਤਾ ਕਰਨਾ ਹੁੰਦਾ ਹੈ ਤਾਂ ਉਹਦਾ ਮਤਲਬ ਕੀ ਹੁੰਦਾ, ਜਿਹੜਾ h ਹੈ, ਇਹ ਦੇਖੋ ਜਿਹੜੀ h ਦੀ ਵੈਲਿਊ ਹੋਊਗੀ ਇਸ ਦਾ ਜਿਹੜਾ ਵੀ ਸਕੁਅਰ ਹੋਊਗਾ, ਠੀਕ ਹੈ, ਜਿਹਦਾ ਇਹਦਾ ਸਕੁਅਰ 25 ਆ ਗਿਆ, ਉਹ ਇਹਨਾਂ ਦੋਨਾਂ ਦੇ ਸਕੁਅਰ ਦੇ ਸਮ ਦੇ ਇਕੁਅਲ ਹੋਊਗਾ। ਕਿ ਜਦੋਂ ਅਸੀਂ ਦੋਨਾਂ ਦੇ ਇਹ ਦੋਨੋਂ ਡਿਜਿਟ ਦਾ ਸਕੁਅਰ ਦਾ ਸਮ ਕਰਾਂਗੇ, ਜਿਵੇਂ ਅਸੀਂ ਇੱਥੇ ਕੀਤਾ ਉਹ ਵੀ ਆ ਗਿਆ ਦੇਖੋ 25 ਤੇ h ਦੀ ਵੈਲਿਊ 25, ਜਦੋਂ ਇਕੁਅਲ ਹੋ ਜਾਂਦੀ ਹੈ ਤਾਂ ਇਟ ਮੀਨਸ ਕੀ ਹੈ ਰਾਈਟ ਟ੍ਰਾਇੰਗਲ ਹੈ। ਹੁਣ ਇੱਥੇ ਕੀ ਹੈ ਸਾਡੇ ਕੋਲ, ਦੇਖੋ ਪਰਪੈਂਡੀਕੂਲਰ ਦੀ ਵੈਲਿਊ ਤਾਂ ਦੇਖੋ ਸਾਡੇ ਕੋਲ 4 ਹੈ, h ਦੀ ਵੈਲਿਊ ਸਾਡੇ ਕੋਲ 3 ਹੈ, ਜਦ ਕਿ ਹੋਣਾ ਕੀ ਚਾਹੀਦਾ ਕਿ ਜਿਹੜੀ h ਦੀ ਵੈਲਿਊ ਉਹ ਵੱਡੀ ਹੋਣੀ ਚਾਹੀਦੀ ਹੈ ਹਮੇਸ਼ਾ, ਠੀਕ ਹੈ। ਔਰ ਇੱਥੇ ਵੱਡੀ ਹੈ ਨਹੀਂ, ਉਹ ਛੋਟੀ ਹੈ। ਇਟ ਮੀਨਸ ਇਹ ਫਾਲਸ ਦਿੱਤਾ ਜਾ ਰਿਹਾ, ਇਹ ਵੈਲਿਊ ਇਹਦੀ ਨਹੀਂ ਹੋ ਸਕਦੀ। ਇਹ ਕੀ ਆਨਸਰ ਹੋਏਗਾ ਇਸਦਾ, false। सिक्स्थ क्वेश्चन है साढ़े सामने, a cylinder and a cone have equal radii of their bases and equal height, show that their volume are in the ratio 3:1। देखो ਅਸੀਂ ਇਹਨਾਂ ਨੂੰ ਸੋਲਵ ਕਰਨਾ ਹੈ ਕਿ इसका रेशियो ਜਿਹੜਾ 3:1 ਆਉਂਦਾ ਹੈ
ਜੇ ਨਹੀਂ ਆਉਂਦਾ। ਇਸ ਨੂੰ ਸੋਲਵ ਕਰਨ ਲਈ ਕੀ ਅਸੀਂ ਲਿਖਾਂਗੇ, ਪਹਿਲਾਂ ਵੋਲੀਅਮ ਆਫ ਸਿਲੰਡਰ ਇਜ਼ ਇਕੁਅਲ ਟੂ ਫਾਰਮੂਲਾ ਹੁੰਦਾ ਸਾਡੇ ਕੋਲ ਪਾਈ ਆਰ ਸਕੁਅਰ ਐਚ, ਫਿਰ ਅੱਗੇ ਲਿਖਾਂਗੇ ਵੋਲੀਅਮ ਆਫ ਕੋਨ ਇਜ਼ ਇਕੁਅਲ ਟੂ 1/3 ਪਾਈ ਆਰ ਸਕੁਅਰ ਐਚ। ਠੀਕ ਹੈ, ਹੁਣ ਰੇਸ਼ੋ ਦੇ ਵਿੱਚ ਲਿਖਣਾ ਹੋਵੇ ਤਾਂ ਅਸੀਂ ਕਿਵੇਂ ਲਿਖਦਾ, ਪਾਈ ਆਰ ਸਕੁਅਰ ਐਚ ਅਪੋਨ 1/3 ਪਾਈ ਆਰ ਸਕੁਅਰ ਐਚ। ठीक है जी, पाई आर स्क्वायर एच नाल पाई आर स्क्वायर एच की कटिंग होगी, ऊपर की बच गया साडे कोल 1/1/3। मैं पहला भी तुहानूं दस्सिया सी जदों नीचे वाली वैल्यू है और जदों ऊपर आउंदी है तो की हुंदा रेसिप्रोकल आउंदी है 1 × 3/1, तो इसदा आंसर की हो जाएगा 3/1 ते रेशो च असीं किवें लिखांगे 3:1। तो देखो आंसर आ गया साडे कोल 3:1, आंसर हो गया इसदा ट्रू। नेक्स्ट क्वेश्चन साडे कोल इफ E इज एन इवेंट द PE प्लस P नॉट इज इक्वल टू 0। देखो मैं तुहानूं पहला ही दस्सिया सीगा कि PE प्लस यानी प्रोबेबिलिटी E प्लस प्रोबेबिलिटी नॉट E इज इक्वल टू 0, ये आंसर सही है, तो इसका आंसर हो जाएगा साडे कोल फॉल्स। इस 0 जगह की है साडे कोल 1। 8 क्वेश्चन है साडे कोल द टू टेंजेंट्स कैन बी ड्रॉन फ्रॉम इनसाइड पॉइंट टू अ सर्कल। कहता ਜਿਹੜਾ ਦੋ ਟੈਂजेंट ने कैन बी ड्रॉन फ्रॉम इनसाइड पॉइंट टू सर्कल। देखो मैं ਤੁਹਾਨੂੰ ਪਹਿਲਾਂ ਹੀ ਸਮਝਾਇਆ ਸੀਗਾ, ਇੱਕ ਸਰਕਲ ਹੈ, ਇਹ ਇੱਕ ਪੁਆਇੰਟ ਹੈ, ਠੀਕ ਹੈ। ਇੱਥੋਂ ਕੀ ਕਹਿੰਦਾ ਉਹ ਜਿਹੜੀ ਦੋ ਟੈਂजेंट ਜਿਹੜੀਆਂ ਡਰਾਨ ਹੋ ਸਕਦੀਆਂ, ਯੈਸ ਇਹ ਕੋਈ ਵੀ ਜਿਹੜਾ ਪੁਆਇੰਟ ਹੋਵੇ ਬਾਹਰ ਉੱਤੇ ਸਰਕਲ ਤੇ ਦੋ ਟੈਂजेंट ਹੀ ਡਰਾਨ ਹੋ ਸਕਦੀਆਂ, ਇਸ ਤੋਂ ਵੱਧ ਇਹ ਨਹੀਂ ਹੋ ਸਕਦੀਆਂ। ਤਾਂ ਇਹਦਾ ਆਨਸਰ ਹੋ ਜਾਏਗਾ ਸਾਡੇ ਕੋਲ ट्रू। ਨੈਕਸਟ ਸਾਡੇ ਕੋਲ ਸਟਾਰਟ ਹੋ ਗਿਆ, ਦੇਖੋ ਜੀ ਫਿਲਿੰਗ ਦੀ ਬਲੈਂਕਸ। ਈਚ ਕੁਐਸਚਨ ਹੈ 1 ਮਾਰਕ, ਹਰੇਕ ਜਿਹੜੀ ਫਿਲਿੰਗ ਦੀ ਬਲੈਂਕਸ ਹੈ ਉਹ 1 ਨੰਬਰ ਦੀ ਹੋਏਗੀ। फस्ट है साडे कोल when the graph of pair of linear equation intersect at a point। कहना जो कोई लीनियर इक्वेशन जो बनाई जाती है ग्राफ से तो इंटरसैक्ट करती है एक पॉइंट से, then the system of equation will be have। तो इक्वेशन का सिस्टम की बनेगा साडे कोल। देखो इत्थे मैं तुहाडे सामने तीन चीज़ां लिखियां, एक इंटरसैक्ट, पैरेलल एंड कोइंसीडेंट। देखो जे तो साडे कोल लाइनस वो कह रहा है इंटरसैक्ट हो गई, उसनों ਅਸੀਂ ਕਿਵੇਂ ਦੇਖਾਂਗੇ, उसनों ਉਹਦਾ ਅਸੀਂ ਆਨਸਰ ਦੇਖ ਸਕਦੇ ਹਾਂ। ਦੇਖੋ ਜੇ ਤਾਂ ਯੂਨੀਕ ਸੋਲੂਸ਼ਨ ਜਾਂ ਅਸੀਂ ਕਨਸਿਸਟੈਂਟ। ਕਈ ਵਾਰ ਕੁਐਸਚਨ ਇਸ ਤਰ੍ਹਾਂ ਦਾ ਵੀ ਆ ਜਾਂਦਾ ਕਿ ਇਹ ਜਦੋਂ ਇੰਟਰਸੈਕਟ ਕਰਦੀਆਂ ਲਾਈਨ ਤਾਂ ਦੱਸੋ ਸਾਨੂੰ ਕਿ ਯੂਨੀਕ ਸੋਲੂਸ਼ਨ ਹੈ ਜਾਂ ਨੋ ਸੋਲੂਸ਼ਨ ਹੈ, ਤਾਂ ਤੁਸੀਂ ਆਨਸਰ ਦੋਗੇ ਯੂਨੀਕ ਸੋਲੂਸ਼ਨ। ਔਰ ਜੇ ਉਹਨੇ ਇਹ ਪੁੱਛ ਲਿਆ ਕਿ ਜਦੋਂ ਇੰਟਰਸੈਕਟ ਕਰਦੀਆਂ ਲਾਈਨ ਤਾਂ ਸਾਡੇ ਕੋਲ ਕਨਸਿਸਟੈਂਟ ਹੈ ਜਾਂ ਇਨਕਨਸਿਸਟੈਂਟ ਹੈ, ਤਾਂ ਤੁਸੀਂ ਕੀ ਕਹੋਗੇ, ਕਨਸਿਸਟੈਂਟ ਹੈ। ਹੁਣ ਦੇਖੋ ਇੱਥੇ ਕੀ ਕਹਿ ਰਿਹਾ, ਅਸੀਂ ਕੁਝ ਵੀ ਲਿਖ ਸਕਦੇ ਹਾਂ, ਜਾਂ ਤੁਸੀਂ ਯੂਨੀਕ ਸੋਲੂਸ਼ਨ ਲਿਖ ਦੋਗੇ ਤਾਂ ਵੀ ਠੀਕ ਹੈ, ਜੇ ਤੁਸੀਂ ਕਨਸਟੈਂਟ ਲਿਖ ਦੋਗੇ ਤਾਂ ਵੀ ਠੀਕ ਹੈ, ਕਿਉਂਕਿ ਇੱਥੇ ਸਿੰਪਲ ਅਸੀਂ ਫਿਲਿੰਗ ਦੀ ਬਲੈਂਕਸ ਹੀ ਫਿਲ ਕਰਨੀ ਹੈ। ਔਰ ਇਸੇ ਤਰੀਕੇ ਨਾਲ ਨੀਚੇ ਦੇਖੋ ਜੇ ਤਾਂ ਲਾਈਨਸ ਜੇ ਸਾਡੇ ਕੋਲ ਪੈਰਲਲ ਹੋ ਜਾਂਦੀਆਂ ਤਾਂ ਸਾਡੇ ਕੋਲ ਕੀ ਹੋ ਜਾਏਗਾ, ਨੋ ਸੋਲੂਸ਼ਨ ਹੋ ਜਾਏਗਾ, ਔਰ ਜਾਂ ਫਿਰ ਅਸੀਂ ਲਿਖ ਸਕਦੇ ਹਾਂ ਇਨਕਨਸਿਸਟੈਂਟ। ਠੀਕ ਹੈ, ਜੇ ਸਾਡੇ ਕੋਲ ਕੋਇਨਸੀਡੈਂਟ, ਕੋਇਨਸੀਡੈਂਟ ਦਾ ਮਤਲਬ ਦੇਖੋ ਇੱਥੇ ਮੈਂ ਜਿਹੜੀ ਲਾਈਨ ਬਣਾਈ ਹੋਈ ਹੈ ਇਹਦਾ ਮਤਲਬ ਕੀ ਹੈ, ਇੱਕ ਓਵਰਲੈਪ। ਠੀਕ ਹੈ, ਵੀ ਲਾਈਨ ਦੇ ਉੱਪਰ ਇੱਕ ਲਾਈਨ ਚੜੀ ਹੋਵੇ ਉਸਨੂੰ ਅਸੀਂ ਓਵਰਲੈਪ ਕਹਿ ਦਿੰਦੇ ਹਾਂ, ਤਾਂ ਇਸ ਦਾ ਆਨਸਰ ਅਸੀਂ ਕੀ ਹੋ ਜਾਏਗਾ, ਇਨਫਾਈਨਾਈਟ ਸੋਲੂਸ਼ਨ। ਠੀਕ ਹੈ, और जहां से लिख सकते हैं कॉन्सिस्टेंट। सो इत्थे साडा आंसर की होएगा, यूनिक सॉल्यूशन। सेकंड है साडे कोल ऑल स्क्वायर्स आर, सारे स्क्वायर्स की हुंदे ने साडे कोल कॉन्ग्रुएंट, सिमिलर, इक्वल। आंसर होएगा साडे कोल कॉन्ग्रुएंट। थर्ड है साडे सामने इफ m इज द मिड पॉइंट ऑफ अ लाइन सेगमेंट ए बी। देखो एक लाइन है a एंड b, ओके कह रहा है m जेड़ा मिड पॉइंट है, देखो सेंटर दे विच की कहंदा m है। ठीक है जी, देन द रेशियो ऑफ AM एंड BM। देखो AM एंड BM ਇਹਦੀ ਰੇਸ਼ੋ ਕੀ ਹੋਏਗੀ, ਦੇਖੋ ਜਦੋਂ ਵੀ ਕੋਈ ਪੁਆਇੰਟ ਜਿਹੜਾ ਸੈਂਟਰ ਦੇ ਵਿੱਚ ਕੱਟ ਕਰਦਾ ਹੈ ਤਾਂ ਹਾਫ ਹਿੱਸਾ ਇਹ ਬਣ ਜਾਂਦਾ, ਹਾਫ ਇਹ ਬਣ ਗਿਆ, ਇਟ ਮੀਨਸ ਇੱਕ A ਹੈ ਇੱਕ A ਹੈ। ਠੀਕ ਹੈ, ਇੱਕ ਹਾਫ ਇਸ ਸਾਈਡ ਇੱਕ ਹਾਫ ਇਸ ਸਾਈਡ, ਤਾਂ ਆਨਸਰ ਆ ਜਾਏਗਾ ਸਾਡੇ ਕੋਲ 1:1। ਤਾਂ ਆਨਸਰ ਸਾਡੇ ਕੋਲ ਹੋਏਗਾ ਆਪਸ਼ਨ ਦੇ ਵਿੱਚ D। ਫੋਰਥ ਕੁਐਸਚਨ ਹੈ ਸਾਡੇ ਕੋਲ 1 + cos square A इज इक्वल टू, एक फार्मूला साडे कोल देखो 1 + cos square इसदा आंसर की हुंदा साडे कोल cosec square A। ठीक है जी, मैं थोड़ा तुहानूं होल दस देना नाल, जे साडे कोल इस तरह दा भी आ गया 1 + tan square A इज इक्वल टू, तो आंसर हो जाएगा साडे कोल secant square A। ठीक है, और जे साडे कोल इस तरह आ गया sin square A + cos square A इज इक्वल टू, तो आंसर हो जाएगा 1। ये जिहड़ा sin square A cos square A ये बहुत बारी यूज हुंदा है, ये वेरी इंपोर्टेंट है। हो सकता यही तुहानूं फाइनल पेपर ਦੇ ਵਿੱਚ ਇਹ ਆਨਸਰ, ਇਹ ਜਿਹੜਾ ਕੁਐਸਚਨ ਹੈ ਤੁਹਾਡੇ ਕੋਲ ਜ਼ਰੂਰ ਆਵੇ। ਠੀਕ ਹੈ ਜੀ, ਇਸ ਨੂੰ ਤੁਸੀਂ ਚੰਗੀ ਤਰ੍ਹਾਂ ਦੇਖ ਲਿਓ। ਨੈਕਸਟ ਹੈ ਸਾਡੇ ਕੋਲ ਏਰੀਆ ਆਫ ਸੈਕਟਰ ਆਫ ਐਂਗਲ P in degree of a circle with radius R। ਤਾਂ ਇਸ ਦਾ ਆਨਸਰ ਹੋ ਜਾਏਗਾ ਸਾਡੇ ਕੋਲ P डिग्री / 360 ×
ਪਾਈ ਆਰ ਦਾ ਸਕੁਅਰ। 6 ਕੁਐਸਚਨ ਹੈ ਸਾਡੇ ਕੋਲ। ਗਿਵਨ ਫਿਗਰ ਟੋਏ obtained ਬਾय ਕੰਬਾਈਨਿੰਗ ਡੈਸ਼ ਐਂਡ ਡੈਸ਼। ਦੇਖੋ ਇਹ ਪਿਕਚਰ ਦਿੱਤੀ ਹੈ ਸਾਡੇ ਕੋਲ, ਠੀਕ ਹੈ ਜੀ। ਅਸੀਂ ਇਹ ਦੱਸਣਾ ਇਹਨਾਂ ਨੂੰ ਕਿ ਇਹ ਕਿਹੜੀ ਦੋ ਚੀਜ਼ਾਂ ਨਾਲ ਮਿਲ ਕੇ ਬਣੀ ਹੋਈ ਆ। ਦੇਖੋ ਸਾਡੇ ਕੋਲ ਜਿਹੜੀ ਪਿਕਚਰ ਦਿੱਤੀ ਆ, ਇਸ ਦੇ ਵਿੱਚ ਉੱਪਰ ਕੀ ਆ, ਇਹ ਹੈਗੀ ਪਿਕਚਰ ਕੋਨ ਦੀ, ਐਂਡ ਨੀਚੇ ਕੀ ਹੈ ਸਾਡੇ ਕੋਲ, ਇਹ ਕੀ ਆ, ਹੈਮੀਸਫੀਅਰ। ਤਾਂ ਇਹਦਾ ਆਨਸਰ ਹੋ ਜਾਏਗਾ ਸਾਡੇ ਕੋਲ, ਇਹ ਕਿਹੜੀ ਦੋ ਚੀਜ਼ਾਂ ਨੂੰ ਮਿਲਾ ਕੇ ਬਣ ਰਹੀ ਹੈ, ਕੋਨ ਐਂਡ ਹੈਮੀਸਫੀਅਰ, ਠੀਕ ਹੈ ਜੀ। ਆਪਸ਼ਨ ਬੀ ਇਜ਼ ਦਾ ਆਨਸਰ ਹੋ ਜਾਏਗਾ। 7th ਕੁਐਸਚਨ ਹੈ ਸਾਡੇ ਸਾਹਮਣੇ, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਮੈਜ਼ਰ ਆਫ ਸੈਂਟਰਲ ਟੈਂਡੈਂਸੀ। ਸੈਂਟਰਲ ਟੈਂਡੈਂਸੀ ਦੇ ਵਿੱਚ ਕਿਹੜੀ ਮੈਜ਼ਰ ਨਹੀਂ ਕੀਤੀ ਜਾ ਸਕਦੀ, ਤਾਂ ਉਸ ਨੂੰ ਅਸੀਂ ਕਿਹਦਾ ਆਨਸਰ ਦਵਾਂਗੇ, ਰੇਂਜ, ਕਿਉਂਕਿ ਰੇਂਜ ਜਿਹੜੀ ਆ ਉਹ ਅਪਰੋਕਸੀਮੇਟਲੀ ਕੱਢੀ ਜਾਂਦੀ ਆ, ਪ੍ਰੋਪਰ ਇਸ ਦਾ ਆਨਸਰ ਨਹੀਂ ਨਿਕਲਦਾ, ਇਸ ਕਰਕੇ ਇਸ ਨੂੰ ਸੈਂਟਰਲ ਟੈਂਡੈਂਸੀ ਦੇ ਵਿੱਚ ਅਸੀਂ ਮੈਜ਼ਰ ਨਹੀਂ ਕਰ ਸਕਦੇ। 8th ਹੈ ਸਾਡੇ ਸਾਹਮਣੇ, ਫਾਈਂਡ ਦਾ ਪ੍ਰੋਬੇਬਿਲਿਟੀ ਆਫ ਗੈਟਿੰਗ ਅ ਹੈਡ ਵੈਨ ਅ ਕੋਇਨ ਇਜ਼ ਟੋਸਡ ਵੰਸ। ਜਦੋਂ ਵੀ ਕਹਿੰਦੇ ਕੋਈ ਕੋਇਨ ਹੈ, ਠੀਕ ਹੈ, ਉਹ ਜਦੋਂ ਉਸਨੂੰ ਟੌਸ ਕੀਤਾ ਜਾਂਦਾ ਹੈ ਤਾਂ ਫਿਰ ਕੀ ਹੁੰਦਾ ਸਾਡੇ ਕੋਲ, ਦੇਖੋ ਜਾਂ ਤਾਂ ਸਾਡੇ ਕੋਲ ਪ੍ਰੋਬੇਬਿਲਿਟੀ ਕਿਸ ਦੀ ਹੁੰਦੀ ਹੈ, ਜਾਂ ਤਾਂ ਹੈਡ ਆਏਗਾ ਜਾਂ ਸਾਡੇ ਕੋਲ ਟੇਲ ਆਏਗਾ, ਠੀਕ ਹੈ। ਟੋਟਲ ਸਾਡੇ ਕੋਲ ਆਪਸ਼ਨ ਕੀ ਹੁੰਦੀਆਂ, ਸਾਡੇ ਕੋਲ ਵੀ ਟੋਟਲ ਕੀ ਆ ਸਕਦਾ, ਜਾਂ ਤਾਂ ਹੈਡ ਜਾਂ ਟੇਲ। ਟੋਟਲ ਕੀ ਹੋਗਾ ਸਾਡੇ ਕੋਲ 2, ਠੀਕ ਹੈ। ਔਰ ਪ੍ਰੋਬੇਬਿਲਿਟੀ ਕੀ ਰਹੇਗੀ, ਜਾਂ ਤਾਂ ਹੈਡ ਦੀ ਪ੍ਰੋਬੇਬਿਲਿਟੀ 1 ਰਹੇਗੀ ਔਰ ਟੇਲ ਦੀ 1 ਰਹੇਗੀ। ਤਾਂ ਮੰਨ ਲਓ ਅਸੀਂ 1 ਆ ਗਿਆ ਇੱਕ ਵਾਰੀ, ਠੀਕ ਹੈ, ਫਿਰ ਅਸੀਂ ਕਿਵੇਂ ਲਿਖਾਂਗੇ, 1/2, ਯਾਨੀ ਟੋਟਲ ਨੀਚੇ ਔਰ ਪ੍ਰੋਬੇਬਿਲਿਟੀ ਜਾਂ ਹੈਡ ਦੀ ਜਾਂ ਟੇਲ ਦੀ 1, ਇਹ ਅਸੀਂ ਉੱਪਰ। ਆਨਸਰ ਹੋਏਗਾ ਸਾਡੇ ਕੋਲ ਆਨਸਰ ਸੀ, ਆਪਸ਼ਨ ਸੀ ਜਿਹੜਾ ਹੋਏਗਾ ਸਾਡਾ ਆਨਸਰ ਹੋਏਗਾ।